ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਅਮਰਜੀਤ ਜੀ, ਮਿਸਟਰ ਹਤੇਸ਼ ਜੀ, ਅੱਜ ਦਾ ਸਾਡਾ ਜਿਹੜਾ ਇਹ ਵੈਬੀਨਾਰ ਹੈ ਇਹ ਸਟ੍ਰੈਸ ਮੈਨੇਜਮੈਂਟ ਦੀ ਡਿਸਕਸ਼ਨ ਕਰ ਰਹੇ ਹਾਂ। ਤੇ ਜਿਵੇਂ ਕਿ ਪਿਆਰੇ ਵਿਦਿਆਰਥੀ ਤੁਸੀਂ ਜਾਣਦੇ ਹੋ ਕਿ ਸਟ੍ਰੈਸ ਜਿਹੜਾ ਲਫ਼ਜ਼ ਹੈ ਪ੍ਰਾਈਵੇਟ ਸਿਨੈਰੀਓ ਦੇ ਵਿੱਚ ਇਹ ਲਫ਼ਜ਼ ਬੜਾ ਜਾਣਿਆ ਪਛਾਣਿਆ ਗਿਆ ਹੈ। ਚਾਹੇ ਇਹਨੂੰ ਟੈਨਸ਼ਨ ਦੇ ਰੂਪ 'ਚ ਲੈ ਲਓ, ਚਾਹੇ ਇਹਨੂੰ ਸਟ੍ਰੈਸ ਦੇ ਰੂਪ 'ਚ ਲੈ ਲਓ, ਜਾਂ ਕਿਸੇ ਵੀ ਤਰ੍ਹਾਂ ਅਸੀਂ ਜਿਹੜਾ ਵਾ ਇਸ ਲਫ਼ਜ਼ ਦੇ ਰੂਬਰੂ ਹੋ ਰਹੇ ਹਾਂ। ਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਬੱਚਿਆਂ ਦੇ ਜੇ ਪੁਆਇੰਟ ਆਫ ਵਿਊ ਤੋਂ ਅਸੀਂ ਦੇਖੀਏ ਤੇ ਜਿਹੜਾ ਐਗਜ਼ਾਮੀਨੇਸ਼ਨ ਦਾ ਸਟ੍ਰੈਸ ਹੈ ਉਹ ਇੱਕ ਵੱਖਰੀ ਤਰ੍ਹਾਂ ਦਾ ਸਟ੍ਰੈਸ ਜਿਹੜਾ ਹੁੰਦਾ ਆ। ਤੇ ਇਸ ਸਟ੍ਰੈਸ ਨੂੰ ਅਸੀਂ ਕਿਵੇਂ ਹੈਂਡਲ ਕਰ ਸਕਦੇ ਹਾਂ, ਖਾਸ ਤੌਰ ਤੇ ਜਿਹੜਾ ਇੱਕ ਕਰੋਨਾ ਦਾ ਪੀਰੀਅਡ ਸਾਡਾ ਚੱਲ ਰਿਹਾ ਵਾ ਇਹਦੇ ਵਿੱਚ ਤੇ ਤਕਰੀਬਨ ਮੈਨੂੰ ਲੱਗਦਾ ਕਿ ਹਰੇਕ ਵਿਅਕਤੀ ਜਿਹੜਾ ਵਾ ਉਹ ਸਟ੍ਰੈਸ ਦਾ ਸ਼ਿਕਾਰ ਹੋਇਆ, ਚਾਹੇ ਅਧਿਆਪਕ ਹੈ, ਚਾਹੇ ਮਾਪੇ ਹੈ, ਚਾਹੇ ਵਿਦਿਆਰਥੀ ਹੈ। ਕਿਉਂਕਿ ਜਿਹੜੇ ਮਾਪੇ ਉਹਨਾਂ ਨੂੰ ਆਪਣੀ ਤਰ੍ਹਾਂ ਦੀ ਸਟ੍ਰੈਸ ਹੈ ਕਿ ਸਾਡੇ ਜਿਹੜੇ ਬੱਚੇ ਨੇ ਉਹ ਆਪਣੇ ਐਗਜ਼ਾਮੀਨੇਸ਼ਨ ਨੂੰ ਕਿਵੇਂ ਹੈਂਡਲ ਕਰਨਗੇ, ਜਾਂ ਐਗਜ਼ਾਮੀਨੇਸ਼ਨ ਦਾ ਜਿਹੜਾ ਪੈਟਰਨ ਆ ਯੂਨੀਵਰਸਿਟੀ ਉਹ ਕਿਵੇਂ ਲਵੇਗੀ। ਜਾਂ ਅਸੀਂ ਹੁਣ ਤੁਸੀਂ ਦੇਖਿਆ ਹੋਵੇਗਾ ਕਿ +2 ਦੇ ਜਿਹੜੇ ਐਗਜ਼ਾਮੀਨੇਸ਼ਨ ਨੇ CBSE ਦੇ ਇਹ ਵੀ ਕੈਂਸਲ ਕਰ ਦਿੱਤੇ ਗਏ ਨੇ। ਤੇ ਮਾਪਿਆਂ ਦੀ ਸਟ੍ਰੈਸ ਜਿਹੜੀ ਉਹ ਵੱਖਰੀ ਤਰ੍ਹਾਂ ਦੀ ਹੈ ਕਿ ਸਾਡੇ ਬੱਚੇ ਜਿਹੜੇ ਆ ਜੇ +2 ਦਾ ਐਗਜ਼ਾਮ ਜਿਹੜਾ ਵਾ ਉਹ ਪਾਸ ਨਹੀਂ ਕਰਨਗੇ। ਕਈ ਬੱਚੇ ਜਿਹੜੇ ਨੇ ਉਹ ਦੂਜਿਆਂ ਬੱਚਿਆਂ ਦੇ ਨਾਲੋਂ ਅੱਗੇ ਹੁੰਦੇ ਕਿਸੇ ਤਰੀਕੇ ਦੇ ਨਾਲ, ਪਰ ਜੇ ਸਾਰੇ ਹੀ ਬੱਚੇ ਪਾਸ ਕਰ ਦਿੱਤੇ ਜਾਣਗੇ ਤੇ ਉੱਥੇ ਜਿਹੜੀ ਮੈਰਿਟ ਹੈ ਉਹ ਕਿਵੇਂ ਬਣੇਗੀ। ਮਾਪਿਆਂ ਨੂੰ ਇਹ ਸਟ੍ਰੈਸ ਹੈ, ਅਧਿਆਪਕਾਂ ਨੂੰ ਇਸ ਤਰੀਕੇ ਦਾ ਸਟ੍ਰੈਸ ਹੈ ਕਿ ਜੇ ਅਸੀਂ ਮੰਨ ਲਓ ਜਿਹੜੇ ਸਾਡੇ ਕੁਛ ਸੀਨੀਅਰ ਅਧਿਆਪਕ ਸਾਹਿਬਾਨ ਨੇ ਜਾਂ ਸਾਡੇ ਨਾਲ ਕਲੀਗ ਵੀ ਨੇ ਕੁਛ ਜਿਹੜੇ ਲੈਂਗੁਏਜ ਦੇ ਨੇ, ਭਾਸ਼ਾ ਦੇ ਨੇ, ਉਹ ICT ਦਾ ਜਿਹੜਾ ਹੈਗਾ ਵਾ ਸਾਡਾ ਇਨਫਰਾਸਟਰਕਚਰ ਇਹਦੇ ਨਾਲ ਪੂਰੀ ਤਰ੍ਹਾਂ ਵਾਕਿਫ ਨਹੀਂ ਹੈਗੇ। ਉਹਨਾਂ ਨੇ ਇਸ ਕਰੋਨਾ ਪੀਰੀਅਡ ਦੇ ਵਿੱਚ ਉਸ ਤਰੀਕੇ ਦਾ ਸਟ੍ਰੈਸ ਵੀ ਹੰਢਾਇਆ ਕਿ ਅਸੀਂ ਇਹ ਸਾਰੇ ਟੂਲ ਜਿਹੜੇ ਨੂੰ ਸਿੱਖਣਾ ਕਿਵੇਂ ਆ। ਤੇ ਜਿਹੜੇ ਬੱਚੇ ਨੇ ਉਹਨਾਂ ਦਾ ਸਟ੍ਰੈਸ ਤੇ ਹੈ ਹੀ ਹੈ ਕਿ ਸਾਡਾ ਫਿਊਚਰ ਕੀ ਹੈ। ਤੇ ਇਸ ਸਾਰੇ ਕੁਝ ਨੂੰ ਲੈ ਕੇ ਤੇ ਸਾਡੇ ਬਹੁਤ ਹੀ ਇੱਕ ਕਾਬਿਲ ਸਹਾਇਕ ਪ੍ਰੋਫੈਸਰ ਕਮਰਸ ਡਿਪਾਰਟਮੈਂਟ ਪ੍ਰੋਫੈਸਰ ਬਿਕਰਮਪਾਲ ਲਹਿਰੀ ਜਿਹੜੇ ਨੇ ਉਹ ਆਪਣੇ ਵਿਚਾਰ ਜਿਹੜੇ ਤੁਹਾਡੇ ਨਾਲ ਵਿਅਕਤ ਕਰਨਗੇ। ਤੇ ਮੈਂ ਆਪਣਾ ਜ਼ਿਆਦਾ ਸਮਾਂ ਨਾ ਲੈਂਦਾ ਆ, ਗੁਜ਼ਾਰਿਸ਼ ਕਰਾਂਗਾ ਪ੍ਰੋਫੈਸਰ ਬਿਕਰਮ ਜੀ ਨੂੰ ਉਹ ਤੁਹਾਡੇ ਰੂਬਰੂ ਹੋਣ। ਥੈਂਕ ਯੂ ਸਰ, ਥੈਂਕ ਯੂ ਸਰ, ਥੈਂਕ ਯੂ ਤੁਹਾਡੇ ਵੈਲਿਊਬਲ ਵਰਡਸ ਲਈ। ਫਸਟ ਆਫ ਆਲ ਅ ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ ਰਿਸਪੈਕਟਡ ਟੀਚਰਸ, the members of the examination board and my dear friends. मेरी वॉइस ऑडिबल है? प्लीज मैंने कंफर्म कर दो एक बार। ਹਾਂਜੀ ਹਾਂਜੀ ਬਿਲਕੁਲ ਸਰ, ਠੀਕ ਹੈ। ओके ओके सर, ऑडिबल है। ओके। ਸੋ ਜਿਹੜਾ ਲੈਂਗੁਏਜ ਦਾ ਮੋਡ ਹੋਏਗਾ ਕਮਿਊਨੀਕੇਸ਼ਨ ਦਾ, ਮੈਂ ਪੰਜਾਬੀ ਹੈ ਬਿਕੋਜ਼ ਆਈ ਗੈਸ ਇਟ ਵਿਲ ਬੀ ਦ ਮੋਰ ਕੰਫਰਟੇਬਲ ਟੂ ਈਚ ਐਂਡ ਐਵਰੀ ਪਰਸਨ ਇਰਰਿਸਪੈਕਟਿਵ ਆਫ ਦਿਸ ਪੋਜੀਸ਼ਨ। ਸੋ ਮੈਂ ਸਕਰੀਨ ਸ਼ੇਅਰ ਕਰਦਾ, ਆਪਣੀ ਪ੍ਰੈਜ਼ੈਂਟ ਕਰਦਾ। ਸਰ ਵਿਜ਼ੀਬਲ ਹੈ ਜੀ ਸਕਰੀਨ ਸਾਰਿਆਂ ਨੂੰ? ਬਿਲਕੁਲ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਰ। ਓਕੇ ਸਰ। ਸੋ ਮੇਰਾ ਅੱਜ ਦਾ ਟੌਪਿਕ ਜਿਹੜਾ ਹੈ ਬੇਸਿਕਲੀ ਹਾਊ ਟੂ ਮੈਨੇਜ ਸਟ੍ਰੈਸ ਡਿਊਰਿੰਗ ਦੀ ਐਗਜ਼ਾਮੀਨੇਸ਼ਨ। ਹੁਣ ਕੁਐਸਚਨ ਇਹ ਆ ਜਾਂਦਾ ਆਪਣੇ ਮਨ 'ਚ, ਸਵਾਲ ਇਹ ਆਉਂਦਾ ਕਿ ਸਰ ਹਮੇਸ਼ਾ ਆਪਾਂ ਸਟ੍ਰੈਸ ਮੈਨੇਜਮੈਂਟ ਬੜਾ ਜਰਨਲ ਜਿਹਾ ਟੌਪਿਕ ਹੈ, ਠੀਕ ਹੈ, ਬਟ ਬਹੁਤ ਹੀ ਮੋਸਟ ਵੈਲਿਊਬਲ ਟੌਪਿਕ ਜੇ ਆਪਾਂ ਕਹਿੰਦੇ ਮੋਸਟ ਸਿਗਨੀਫਿਕੈਂਟ ਟੌਪਿਕ ਅੱਜ ਦੇ ਟਾਈਮ ਦੇ ਵਿੱਚ, ਠੀਕ ਹੈ, ਜਿੱਥੇ ਆਪਾਂ ਗੱਲ ਕਰਦੇ ਹਾਂ ਕੋਵਿਡ ਦੀ, ਸਾਰੇ ਪਾਸੇ ਆਪਾਂ ਨੂੰ ਪਤਾ ਸਟ੍ਰੈਸ ਹੈ। ਬਟ ਇੱਕ ਸਟਿਗਮਾ ਆਪਣੇ ਸਾਰਿਆਂ ਦੇ ਵਿੱਚ, ਆਈਦਰ ਅਗਰ ਆਪਾਂ ਗੱਲ ਕਰੀਏ ਆਪਣੀ ਫੈਮਿਲੀ ਦੇ ਵਿੱਚ, ਪੇਰੈਂਟਸ ਦੇ ਵਿੱਚ, ਮੈਂਟਲ ਹੈਲਥ ਨੂੰ ਲੈ ਕੇ ਬਹੁਤ ਸਾਰੇ ਵੈਬੀਨਾਰਸ ਹੋ ਰਹੇ ਆ, ਬਹੁਤ ਸਾਰੀਆਂ ਆਰਟੀਕਲਸ ਜਿਹੜੇ ਹੈਗੇ ਛਪੇ ਆ, ਬਹੁਤ ਸਾਰੀਆਂ ਨਿਊਜ਼ਜ਼ ਆ ਰਹੀਆਂ ਨੇ, ਬਹੁਤ ਸਾਰੀ ਮੋਟੀਵੇਸ਼ਨ ਲੈਕਚਰਸ ਆ ਰਹੇ ਆ ਕਿ ਮੈਂਟਲ ਹੈਲਥ ਬਾਰੇ ਆਪਾਂ ਗੱਲ ਨਹੀਂ ਕਰਦੇ। ਐਂਡ ਕਿਤੇ ਨਾ ਕਿਤੇ ਸਾਰਿਆਂ ਨੂੰ ਉਹ ਚੀਜ਼ ਆਪਾਂ ਨੂੰ ਕੀ ਕਰ ਰਹੀ, ਇਫੈਕਟ ਕਰ ਰਹੀ। ਨੋ ਡਾਊਟ ਅਗਰ ਆਪਾਂ ਸਿਰਫ ਸਟੂਡੈਂਟਸ ਨੂੰ ਛੱਡ ਦਈਏ, ਆਪਾਂ ਕਹਿ ਰਹੇ ਕਿ ਆਲ ਓਵਰ ਆਪਾਂ ਇੱਕ ਸਿਚੁਏਸ਼ਨ ਦੇਖੀਏ ਤਾਂ ਕੋਵਿਡ ਦੀ ਸਿਚੁਏਸ਼ਨ ਹਰ ਕਿਤੇ ਹਰ ਇੱਕ ਪਰਸਨ ਇਫੈਕਟ ਹੋਇਆ, ਚਾਹੇ ਆਪਾਂ ਆਦੇ ਆਪ ਤੇ ਗੱਲ ਲਈਏ, ਚਾਹੇ ਆਪਾਂ ਆਦੇ ਫੈਮਿਲੀ ਮੈਂਬਰਸ, ਚਾਹੇ ਆਪਣੇ ਰਿਲੇਟਿਵਸ, each and every person has been impacted or has been affected by this COVID situation. ਬਟ ਗੱਲ ਇਹ ਕਹਿੰਦੇ ਸਰ ਉਹ ਤਾਂ ਕਾਮਨ ਸਟ੍ਰੈਸ ਹੈ ਕੋਵਿਡ ਵਾਲਾ, ਇਹ ਨਹੀਂ ਹੈਗਾ ਕਿ ਸਰ ਬੱਚਿਆਂ ਨੂੰ ਸਟ੍ਰੈਸ ਨਹੀਂ ਹੋਏਗਾ ਜਾਂ ਪੇਰੈਂਟਸ ਨੂੰ ਨਹੀਂ ਹੋਏਗਾ, ਬਟ ਬੱਚਿਆਂ ਨਾਲ ਇੱਕ ਐਕਸਟਰਾ ਪ੍ਰੈਸ਼ਰ ਹੋਰ ਆ ਜਾਂਦਾ, ਦੈਟ ਇਜ਼ ਐਗਜ਼ਾਮੀਨੇਸ਼ਨ। ਤੁਹਾਡੇ ਜੋ ਬਹੁਤ ਸਾਰੇ ਐਸੇ ਹੋਣਗੇ ਜਿਹੜੇ ਸਰ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰ ਰਹੇ ਨਾਲ, ਠੀਕ ਹੈ, ਇਹ ਐਗਜ਼ਾਮਸ ਨੇ ਆਨਲਾਈਨ ਹੈ, ਥੋੜਾ ਜਿਹਾ ਆਪਾਂ ਨੂੰ ਲੂਪ ਹੋਲਸ ਵੀ ਨੇ, ਥੋੜਾ ਜਿਹਾ ਬੈਟਰ ਵੀ ਹੋ ਜਾਂਦਾ, ਬਟ ਸਟਿਲ ਇੱਕ ਐਗਜ਼ਾਮੀਨੇਸ਼ਨ ਨੂੰ ਆਪਾਂ ਹਮੇਸ਼ਾ ਐਗਜ਼ਾਮ ਦੇ ਤਰੀਕੇ ਨਾਲ ਹੀ ਲੈਣਾ ਚਾਹੀਦਾ, ਬਿਕੋਜ਼ ਇਹ ਸਿਚੁਏਸ਼ਨ ਲੌਂਗ ਸਮੇਂ ਤੱਕ ਨਹੀਂ ਰਹਿਣੀ। ਤਾਂ ਅਲਟੀਮੇਟਲੀ ਇਸ 'ਚ ਆਪਾਂ ਆਪਣਾ ਹੀ ਨੁਕਸਾਨ ਕਰ ਰਹੇ ਬੱਚੇ ਕਿਤੇ ਨਾ ਕਿਤੇ, ਜੋ ਮੈਨੂੰ ਇਹ ਲੱਗਦਾ। ਬਟ ਸਟਿਲ ਜਿਹੜਾ ਸਟ੍ਰੈਸ ਹੁੰਦਾ, ਤਾਂ ਆਪਾਂ ਅੱਜ ਸਟ੍ਰੈਸ ਬਾਰੇ ਹੀ ਗੱਲ ਕਰਨੀ ਹੈ। ਮੋਸਟਲੀ ਮੈਂ ਨਹੀਂ ਕਹਿੰਦਾ ਕਿ ਇਹ ਨਹੀਂ ਹੋਏਗਾ ਕਿ ਮੇਰਾ ਲੈਕਚਰ ਜਸਟ ਮੈਂ ਬੋਲ ਰਿਹਾ ਤੁਸੀਂ ਸੁਣ ਰਹੇ ਹੋ, ਵਨ ਵੇ ਕਮਿਊਨੀਕੇਸ਼ਨ ਨਹੀਂ ਹੋਏਗਾ, ਠੀਕ ਹੈ, ਬਿਲਕੁਲ ਇਟ ਵਿਲ ਬੀ ਮੋਰ ਲਾਈਕ ਅ ਇੰਟਰੈਕਟਿਵ ਸੈਸ਼ਨ। ਆਪਾਂ ਆਪਸ ਦੇ ਵਿੱਚ ਇੰਟਰੈਕਟ ਕਰਾਂਗੇ, ਗੱਲ ਕਰਾਂਗੇ। ਉਸ ਤੋਂ ਪਹਿਲਾਂ, ਇੰਟਰੈਕਸ਼ਨ ਤੋਂ ਪਹਿਲਾਂ ਮੈਂ ਥੋੜ੍ਹੇ ਜਿਹੇ ਵਿਊਜ਼ ਆ ਜਿਹੜੇ ਮੇਰੇ ਆਪਣੇ, ਠੀਕ ਹੈ, ਮੈਂ PPT ਦੇ ਥਰੂ ਤੁਹਾਡੇ ਨਾਲ ਸ਼ੇਅਰ ਕਰੂੰਗਾ ਕਿ ਬੇਸਿਕਲੀ ਸਟ੍ਰੈਸ ਹੈ ਕੀ।
ਸੋ ਜਦੋਂ ਵੀ ਆਪਾਂ ਸਟ੍ਰੈਸ ਬਾਰੇ ਗੱਲ ਕਰਦੇ ਨਾ, ਦੇਖੋ ਇੱਕ ਪਾਰਟਿਕੂਲਰ ਕੋਈ ਡੈਫੀਨੇਸ਼ਨ ਅੱਜ ਤੱਕ ਬਣੀ ਨਹੀਂ ਸਟ੍ਰੈਸਫੁਲ ਦੀ। ਤਾਂ ਆਪਾਂ ਕਹਿੰਦੇ ਕਿ ਅਗਰ ਮੈਨੂੰ ਕੋਈ ਪਰਸਨ ਕਹਿੰਦਾ ਸਰ ਡਿਫਾਈਨ ਕਰੋ ਵਾਟ ਇਜ਼ ਅ ਸਟ੍ਰੈਸ, ਹਰ ਇੱਕ ਪਰਸਨ ਲਈ ਉਹ ਚੀਜ਼ ਡਿਫਰੈਂਟ ਹੋਏਗੀ। ਹੋ ਸਕਦਾ ਕੋਈ ਸਿਚੁਏਸ਼ਨ, ਠੀਕ ਹੈ, ਮੇਰੇ ਲਈ ਸਟ੍ਰੈਸਫੁਲ ਹੋਏ, ਕਿਸੇ ਹੋਰ ਪਰਸਨ ਹੀ ਨਹੀਂ ਹੋ ਸਕਦੀ। ਫੋਰ ਐਗਜ਼ਾਮਪਲ ਆਪਾਂ ਅਗਰ ਛੋਟੀ ਜਿਹੀ ਐਗਜ਼ਾਮਪਲ ਲਈਏ ਸਟੂਡੈਂਟਸ ਪੁਆਇੰਟ ਆਫ ਵਿਊ ਨਾਲ, ਇੱਕ ਸਬਜੈਕਟ ਹੈ ਜਿਹੜਾ ਮੈਨੂੰ ਔਖਾ ਲੱਗਦਾ, ਹੋ ਸਕਦਾ ਮੇਰੇ ਲਈ ਔਖਾ, ਮੈਨੂੰ ਨਹੀਂ ਆਉਂਦਾ, ਬਟ ਕਲਾਸ ਦੇ ਬਹੁਤ ਸਾਰੇ ਬੱਚੇ ਜਿਨ੍ਹਾਂ ਨੂੰ ਉਹ ਸਬਜੈਕਟ ਬਹੁਤ ਈਜ਼ੀ ਲੱਗਦਾ, ਆਈਦਰ ਪ੍ਰੈਕਟੀਕਲ ਦੀ ਗੱਲ ਕਰੀਏ ਜਾਂ ਆਪਾਂ ਥਿਓਰੈਟੀਕਲ ਸਬਜੈਕਟ ਦੀ ਗੱਲ ਕਰੀਏ। ਸੋ ਇਸ ਕਰਕੇ ਕਹਿੰਦੇ ਕਿ ਸਟ੍ਰੈਸਫੁਲ ਆਪਾਂ ਜਦੋਂ ਇੱਕ ਪਰਸਨ ਡਿਫਾਈਨ ਕਰਦਾ ਤਾਂ ਹਰ ਇੱਕ ਪਰਸਨ ਦੀ ਸਟ੍ਰੈਸ ਨੂੰ ਦੇਖਣ ਦਾ ਨਜ਼ਰੀਆ ਆਪਣਾ ਹੈ, ਠੀਕ ਹੈ। ਬਟ ਅਗਰ ਫਿਰ ਵੀ ਆਪਾਂ ਇਸ ਨੂੰ ਡਿਫਾਈਨ ਕਰਨ ਦੀ ਅਗਰ ਕੋਸ਼ਿਸ਼ ਕਰੀਏ ਕਿ ਸਰ ਹੈ ਕੀ, ਤਾਂ ਆਪਾਂ ਕਹਿੰਦੇ ਕਿ ਸਰ ਇੱਕ ਮੈਂਟਲ ਟੈਨਸ਼ਨ ਹੈ ਜਾਂ ਮੈਨੂੰ ਪ੍ਰੈਸ਼ਰ ਹੈ ਜਦੋਂ ਮੇਰੀ ਬਾਡੀ ਕੋਈ ਨਾ ਕੋਈ ਚੀਜ਼ ਮੇਰੇ ਤੋਂ ਕੀ ਕਰਦੀ, ਡਿਮਾਂਡ ਕਰਦੀ, ਕੋਈ ਨਾ ਕੀ ਚੀਜ਼, ਕੋਈ ਪ੍ਰੈਸ਼ਰ ਹੈ ਜਿਹੜਾ ਮੈਂ ਫੀਲ ਕਰਦਾ ਜਦੋਂ ਕੁਛ ਨਾ ਕੁਛ ਮੇਰੇ ਤੋਂ ਕੀ ਕੀਤਾ ਜਾਂਦਾ, ਡਿਮਾਂਡ ਕੀਤਾ ਜਾਂਦਾ। ਸੋ ਬੇਸਿਕਲੀ ਇੱਕ ਅਡਰਨਾਲਾਈਨ ਇੱਕ ਕੈਮੀਕਲ ਰਿਐਕਸ਼ਨ ਹੁੰਦਾ ਆਪਣੀ ਬਾਡੀ ਦੇ ਵਿੱਚ ਜਦੋਂ ਵੀ ਆਪਾਂ ਨੂੰ ਸਟ੍ਰੈਸ ਹੁੰਦਾ, ਜਿਹੜਾ ਅਲਟੀਮੇਟਲੀ ਆਪਾਂ ਨਾਲ ਰਿਸਪੌਂਸ ਲੈ ਕੇ ਆਉਂਦਾ, ਠੀਕ ਹੈ। ਤਾਂ ਉਸ ਸਿਚੁਏਸ਼ਨ ਦੇ ਵਿੱਚ ਆਪਣੇ ਕੋਲ ਇਹੀ ਹੁੰਦਾ ਕਿ ਜਾਂ ਆਪਾਂ ਫਾਈਟ ਕਰ ਸਕਦੇ ਹਾਂ ਤੇ ਜਾਂ ਆਪਾਂ ਉੱਥੋਂ ਭੱਜ ਸਕਦੇ ਹਾਂ। ਦੈਟਸ ਵਾਈ ਆਪਾਂ ਕਹਤਾ ਕਿ ਫਾਈਟ ਔਰ ਫਲਾਈਟ। ਕੁਐਸਚਨ ਇਹ ਆ ਜਾਂਦਾ, ਕਹਿੰਦਾ ਸਰ ਕਿਵੇਂ ਹੋਇਆ। ਹੁਣ ਅਗਰ ਆਪਾਂ ਕੋਵਿਡ ਸਿਚੁਏਸ਼ਨ ਦੀ ਅਗਰ ਆਪਾਂ ਗੱਲ ਲੈ ਲਈਏ, ਕਹਿੰਦੇ ਸਰ ਸਟ੍ਰੈਸ ਉਦੋਂ ਕਰ ਹੁੰਦਾ, ਇੱਕ ਸਿੰਪਲ ਲੈਂਗੁਏਜ ਦੇ ਵਿੱਚ ਆਪਾਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਮੈਂ ਕੀ ਕਹਤਾ ਸਰ, ਜਦੋਂ ਮੇਰੇ ਤੋਂ ਡਿਮਾਂਡ ਜ਼ਿਆਦਾ ਹੁੰਦੀ ਬਟ ਮੇਰੇ 'ਚ ਇੰਨੀ ਐਬਿਲਿਟੀ ਨਹੀਂ ਹੁੰਦੀ। ਫੋਰ ਐਗਜ਼ਾਮਪਲ ਆਪਾਂ ਕੋਵਿਡ ਦੀ ਗੱਲ ਕਰਦੇ ਸਰ, ਮੇਰੀ ਬਾਡੀ ਦੇ ਵਿੱਚ ਇੰਨੀ ਐਬਿਲਿਟੀ ਨਹੀਂ ਹੈ, ਇੰਨੀ ਐਂਟੀਬਾਡੀਜ਼ ਨਹੀਂ ਬਣੇ ਹੋਏ ਕਿ ਮੈਂ ਉਸ ਵਾਇਰਸ ਨਾਲ ਮੇਰੀ ਬਾਡੀ ਲੜ ਸਕੇ, ਜਦੋਂ ਤੱਕ ਵੈਕਸੀਨੇਸ਼ਨ ਨਹੀਂ ਆਈ ਸੀ, ਠੀਕ ਹੈ। ਉਸ ਸਿਚੁਏਸ਼ਨ ਦੇ ਆਪਾਂ ਹਰ ਇੱਕ ਪਰਸਨ ਨੂੰ ਸਟ੍ਰੈਸ ਹੋ ਗਿਆ ਕਿ ਨਹੀਂ ਯਾਰ ਇਹ ਬੜੀ ਜਾਨਲੇਵਾ ਬਿਮਾਰੀ ਹੈ। ਕਿਉਂ ਸਟ੍ਰੈਸ ਹੈ? ਬਿਕੋਜ਼ ਮੇਰੀ ਬਾਡੀ ਜਿਹੜੀ ਸਿਚੁਏਸ਼ਨ ਆ ਉਹ ਜ਼ਿਆਦਾ ਆਪਣੇ ਤੋਂ ਡਿਮਾਂਡ ਕਰ ਰਹੀ ਸੀ ਕਿ ਮੈਂ ਇਸ ਵਾਇਰਸ ਦੇ ਨਾਲ ਲੜਨਾ, ਬਟ ਬਾਡੀ ਦੀ ਇੰਨੀ ਐਬਿਲਿਟੀ ਨਹੀਂ ਸੀ। ਤਾਂ ਇਸ ਕਰਕੇ ਉਹ ਸਿਚੁਏਸ਼ਨ ਦੇ ਵਿੱਚ ਕੀ ਹੋ ਗਿਆ, ਸਟ੍ਰੈਸ। ਉਹਦੇ ਹੀ ਆਪਾਂ ਅਗਰ ਆਪਾਂ ਐਗਜ਼ਾਮੀਨੇਸ਼ਨ ਦੀ ਗੱਲ ਕਰੀਏ, ਠੀਕ ਹੈ, ਐਗਜ਼ਾਮਪਲ ਲੈ ਲਈਏ ਕਿ ਸਰ ਸਿਚੁਏਸ਼ਨ ਇਹ ਕਹਿ ਰਹੀ ਹੈ ਕਿ ਮੈਂ ਅੱਛੇ ਮਾਰਕਸ ਸਕੋਰ ਕਰਨੇ, ਮੈਂ ਇਹ ਚੀਜ਼ ਅਚੀਵ ਕਰਨੀ ਹੈ, ਬਟ ਮੇਰੀ ਇੰਨੀ ਤਿਆਰੀ ਨਹੀਂ ਹੈਗੀ, ਮੇਰੇ ਕੋਲ ਸਫੀਸ਼ੀਐਂਟ ਰਿਸੋਰਸਿਸ ਨਹੀਂ ਹੈਗੇ, ਮੇਰੇ ਕੋਲ ਇੰਨੀ ਐਬਿਲਿਟੀ ਨਹੀਂ ਹੈਗੀ। ਉਸ ਸਿਚੁਏਸ਼ਨ ਦੇ ਵਿੱਚ ਕੀ ਹੋ ਜਾਂਦਾ, ਸਟ੍ਰੈਸ ਹੋ ਜਾਂਦਾ। ਚਲੋ ਠੀਕ ਹੈ ਸਰ, ਸਟ੍ਰੈਸ ਮੈਨੂੰ ਸਮਝ ਆ ਗਿਆ। ਕੁਐਸਚਨ ਹੁਣ ਇਹ ਅਰਾਈਜ਼ ਹੁੰਦਾ ਹਮੇਸ਼ਾ ਮਾਈਂਡ 'ਚ ਆਉਂਦਾ, ਡਿਫਰੈਂਟ ਵਿਊ ਪੁਆਇੰਟਸ ਦਾ। ਮੈਂ ਕਿਸੇ ਨੂੰ ਵੀ ਪੁੱਛਦਾ, ਮੈਂ ਕਹਿੰਦਾ ਸਰ ਸਟ੍ਰੈਸ ਮਾੜਾ ਜੀ, ਬੱਚਿਆਂ ਨੂੰ ਪੁੱਛੀਦਾ ਸਰ ਸਟ੍ਰੈਸ ਕਿਵੇਂ, ਸਰ ਹਾਂਜੀ ਸਰ ਸਟ੍ਰੈਸ ਮਾੜੀ ਚੀਜ਼ ਹੈ। ਬਟ ਗੱਲ ਹੈ ਕਿ ਸਟ੍ਰੈਸ ਮਾੜੀ ਚੀਜ਼ ਨਹੀਂ ਹੁੰਦੀ, ਹਰ ਇੱਕ ਸਟ੍ਰੈਸ ਮਾੜਾ ਨਹੀਂ ਹੁੰਦਾ। ਆਪਾਂ ਫਿਰ ਉਸੇ ਕੋਵਿਡ ਸਿਚੁਏਸ਼ਨ ਦੇ ਅਗਰ ਆਪਾਂ ਆ ਜਾਂਦੇ ਹਾਂ, ਮੈਂ ਕਹਤਾ ਜੀ ਠੀਕ ਆਪਾਂ ਨੂੰ ਸਟ੍ਰੈਸ ਹੈ ਕੋਵਿਡ ਦਾ, ਠੀਕ ਹੈ, ਬਹੁਤ ਸਾਰੀ ਚੀਜ਼ਾਂ, ਬਟ ਕੀ ਉਸ ਚੀਜ਼ ਦਾ ਹਮੇਸ਼ਾ ਨੈਗੇਟਿਵ ਇੰਪੈਕਟ ਪਿਆ? ਉਸ ਦਾ ਪੋਜ਼ਿਟਿਵ ਵੀ ਤਾਂ ਆਇਆ ਜਦੋਂ ਆਪਾਂ ਨੂੰ ਸਟ੍ਰੈਸ ਪਿਆ। ਮੈਂ ਕੀ ਕੀਤਾ, ਪਹਿਲਾਂ ਮੈਂ ਆਪਣੀ ਬਾਡੀ ਦੀ ਇਮਿਊਨਿਟੀ ਦੇ ਉੱਪਰ ਕੋਈ ਵਰਕਆਊਟ ਇੰਨਾ ਨਹੀਂ ਕਰਦਾ ਸੀ, ਕੁਛ ਪਰਸਨ ਸੀ, ਬਟ ਕੋਵਿਡ ਸਿਚੁਏਸ਼ਨ ਜਿਵੇਂ ਆਈ ਹਰ ਇੱਕ ਪਰਸਨ ਕੀ ਹੋ ਗਿਆ, ਅਵੇਅਰ ਹੋ ਗਿਆ ਆਪਣੀ ਬਾਡੀ ਬਾਰੇ, ਉਹਨੂੰ ਚੀਜ਼ਾਂ ਪਤਾ ਲੱਗੀਆਂ। ਤਾਂ ਇੱਕ ਲਿਟਲ ਸਟ੍ਰੈਸ ਜਦੋਂ ਆਪਾਂ ਗੱਲ ਕਰਦੇ ਹਾਂ, ਕਹਿੰਦੇ ਸਰ ਅਗਰ ਸਟ੍ਰੈਸ ਬਿਲਕੁਲ ਘੱਟ ਹੁੰਦਾ ਨਾ ਤਾਂ ਦ ਪਰਸਨ ਫੀਲ ਬੋਰ, ਅਨਮੋਟੀਵੇਟਡ, ਕਿ ਬੇਫਿਕਰਾ ਜਦੋਂ ਕਹਿੰਦੇ ਆਪਾਂ, ਬਟ ਬੇਫਿਕਰੀ ਕੀ ਹੋ ਜਾਂਦੀ ਹੈ, ਲਾਪਰਵਾਹੀ ਦੇ ਵਿੱਚ ਬਦਲ ਜਾਂਦੀ ਹੈ, ਆਪਾਂ ਨੂੰ ਪਤਾ ਨਹੀਂ ਲੱਗਦਾ। ਬੇਫਿਕਰ ਹੋਣਾ ਇੱਕ ਵੱਖਰੀ ਚੀਜ਼ ਹੈ, ਡੈਟ ਇਜ਼ ਅ ਪੋਜ਼ਿਟਿਵ, ਬਟ ਲਾਪਰਵਾਹ ਹੋਣਾ ਇੱਕ ਨੈਗੇਟਿਵ ਸੈਂਸ ਦੇ ਵਿੱਚ ਚਲਾ ਜਾਂਦਾ। ਜਦੋਂ ਆਪਾਂ ਕਹਿੰਦੇ ਕਿ ਟੂ ਲਿਟਲ ਸਟ੍ਰੈਸ, ਉਹ ਲਾਪਰਵਾਹੀ ਬਣ ਜਾਂਦੀ ਹੈ। ਐਂਡ ਮੋਡਰੇਟ ਜਦੋਂ ਆਪਾਂ ਸਟ੍ਰੈਸ ਕਹਿੰਦੇ, ਕੈਲਕੂਲੇਟਿਵ ਸਟ੍ਰੈਸ ਦੀ ਅਗਰ ਮੈਂ ਗੱਲ ਕਰਾਂ ਕਿ ਹਾਂਜੀ ਮੈਨੂੰ ਕਿਸੇ ਨੇ ਕੋਈ ਕੰਮ ਕਿਹਾ ਕਰਨ ਨੂੰ, ਠੀਕ ਹੈ, ਨਹੀਂ ਮੈਂ ਪੇਰੈਂਟਸ ਨੂੰ ਕਰਨਾ, ਮੈਂ ਉਹ ਕੰਮ ਅਚੀਵ ਕਰਨਾ, ਮੋਡਰੇਟ ਲੈਵਲ ਦਾ ਜਿਸ ਨੂੰ ਮੈਂ ਸੰਭਾਲ ਸਕਦਾ, ਉਹ ਮੈਨੂੰ ਕੀ ਕਰਦਾ, ਮੈਨੂੰ ਸਿਰਫ ਮੋਟੀਵੇਟ ਕਰਦਾ, ਮੈਂ ਐਫੀਸ਼ੀਐਂਟ ਫੀਲ ਕਰਦਾ। ਐਂਡ ਬਹੁਤ ਜ਼ਿਆਦਾ ਸਟ੍ਰੈਸ ਹੋ ਜਾਏਗਾ ਉਸ ਲੈਵਲ ਤੋਂ ਜ਼ਿਆਦਾ, ਤਾਂ ਓਬਵੀਅਸਲੀ ਉਹ ਕਿਸ ਸਿਚੁਏਸ਼ਨ ਦੇ ਵਿੱਚ ਕਨਵਰਟ ਹੋ ਜਾਂਦਾ ਸਰ, ਐਂਗਜ਼ਾਈਟੀ, ਮੈਨੂੰ ਡਰ ਲੱਗਣ ਲੱਗ ਜਾਂਦਾ, ਤਾਂ ਮੇਰੇ ਲਈ ਹਾਲਾਤ ਵਿਗੜ ਜਾਂਦੇ, ਬਿਕੋਜ਼ ਉਹ ਚੀਜ਼ਾਂ ਮੇਰੀ ਬਾਡੀ ਤੇ ਵੀ ਕੀ ਕਰਦੀਆਂ ਨੇ, ਇੰਪੈਕਟ ਕਰਦੀਆਂ। ਸੋ ਉਹੀ ਗੱਲ ਜਦੋਂ ਆਪਾਂ ਕਿਹਾ ਕਿ ਸਰ ਜਿਹੜਾ ਅੱਛਾ ਸਟ੍ਰੈਸ ਹੈ ਉਹਦੀ ਟਰਮੀਨੋਲੋਜੀਸ ਬਣੀ ਹੈ ਯੂ ਸਟ੍ਰੈਸ, ਦੈਟ ਇਜ਼ ਦੀ ਪੋਜ਼ਿਟਿਵ ਸਟ੍ਰੈਸ। ਕੋਈ ਦਬਾਅ ਜਿਹੜਾ ਮੇਰੇ ਤੇ ਪੈਂਦਾ ਜਾਂ ਪ੍ਰੈਸ਼ਰ ਮੈਂ ਫੀਲ ਕਰਦਾ, ਐਗਜ਼ਾਮਸ ਜਿਵੇਂ ਹੋ ਗਿਆ, ਠੀਕ ਹੈ, ਐਗਜ਼ਾਮਸ ਆਉਂਦੇ ਆ, ਬੱਚੇ ਫੀਲ ਕਰਦੇ ਪ੍ਰੈਸ਼ਰ, ਕੀ ਕਰਦੇ, ਮਿਹਨਤ ਕਰਦੇ, ਪੜ੍ਹਨਾ ਸ਼ੁਰੂ ਕਰ ਦਿੰਦੇ ਆ, ਠੀਕ ਹੈ। ਜਿਹੜਾ ਚੈਪਟਰ ਆਪਾਂ ਪੂਰੇ 2 ਘੰਟੇ 'ਚ ਪੜ੍ਹਦੇ ਹੁੰਦੇ, ਅਗਰ ਐਗਜ਼ਾਮ ਆਪਣੇ ਸਿਰ ਤੇ ਆ ਜਾਂ ਐਗਜ਼ਾਮ ਵਾਲੇ ਦਿਨ ਆਪਾਂ ਸਵੇਰੇ ਉੱਠ ਕੇ ਪੜ੍ਹ ਰਹੇ ਹੁੰਦੇ ਹਾਂ, ਉਹੀ 1 ਘੰਟੇ ਵਾਲਾ ਚੈਪਟਰ ਆਪਾਂ ਕਿੱਥੇ ਪੜ੍ਹਦੇ ਨੇ, 15 ਮਿੰਟ 'ਚ। ਅਲਟੀਮੇਟਲੀ ਆਪਾਂ ਨੂੰ ਉਸਨੇ ਕੀ ਕਰਾਤੀ, ਮਿਹਨਤ ਕਰਵਾਤੀ, ਦੈਟ ਇਜ਼ ਪੋਜ਼ਿਟਿਵ ਸਟ੍ਰੈਸ। ਤਾਂ ਜਦੋਂ ਇਹਦਾ ਆਊਟਕਮ ਇੱਕ ਪੋਜ਼ਿਟਿਵ ਨਿਕਲਦਾ ਉਸਨੂੰ ਕੀ ਕਹਿੰਦੇ, ਯੂ ਸਟ੍ਰੈਸ। ਐਂਡ ਜਦੋਂ ਨੈਗੇਟਿਵ ਨਿਕਲ ਕੇ ਆਉਂਦਾ ਉਸਨੂੰ ਕੀ ਕਹਿੰਦੇ ਨੇ, ਡਿਸਟ੍ਰੈਸ। ਇਹਦੇ ਅੱਗੋਂ ਫਰਦਰ ਟਾਈਪਸ ਜਦੋਂ ਆਪਾਂ ਗੱਲ ਕਰ ਰਹੇ ਨੇ, ਕਹਿ ਦਿੰਦੇ ਕਿ ਇਨਕਲੂਡ ਐਕਿਊਟ। ਐਕਿਊਟ ਹੁੰਦਾ ਜਿਹੜਾ ਬਹੁਤ ਜਲਦੀ ਆਉਂਦਾ ਤੇ ਬਹੁਤ ਜਲਦੀ ਚਲੇ ਜਾਂਦਾ। ਐਪੀਸੋਡਿਕ ਮਤਲਬ ਜਦੋਂ ਪਰਸਨ ਦੇ ਸਿਰ ਤੇ ਜ਼ਿੰਮੇਵਾਰੀਆਂ ਪੈਂਦੀਆਂ, ਠੀਕ ਹੈ, ਇੱਕੋ ਦਮ ਜ਼ਿੰਮੇਵਾਰੀ ਆ ਗਈ ਜਾਂ ਕਿਸੇ ਦਾ ਕੋਈ ਆਪਣਾ ਚਲਾ ਗਿਆ ਜਾਂ ਫੈਮਿਲੀ ਮੈਂਬਰ, ਤਾਂ ਪਰਸਨ ਕਹਿੰਦਾ ਕਿ ਸਰ ਮੇਰੇ ਤੇ ਰਿਸਪੌਂਸਿਬਿਲਿਟੀ ਆ ਗਈ। ਉਸ ਟਾਈਮ ਤੇ ਮੇਰੇ ਸਿਰ ਤੇ ਹਾਲਾਤ ਬਿਲਕੁਲ ਡਿਫਰੈਂਟ ਸੀ, ਠੀਕ ਹੈ, ਮੈਨੂੰ ਸਿਚੁਏਸ਼ਨ ਕਰਨਾ ਪਿਆ, ਮੈਨੂੰ ਸਟ੍ਰੈਸ ਸੀ, ਬਟ ਹੁਣ ਅੱਜ ਮੈਂ ਸਭ ਕੁਝ ਠੀਕ ਹੈ।
ਕ੍ਰੋਨਿਕ ਹੁੰਦਾ ਜਦੋਂ ਲਗਾਤਾਰ ਉਹੀ ਚੀਜ਼ ਚੱਲਦੀ ਰਹਿੰਦੀ ਹੈ, ਸਾਰੀ ਉਮਰ ਬੰਦਾ ਕਹਿੰਦਾ ਦਬਾਅ 'ਚ ਨਿਕਲ ਗਈ, ਮੇਰੀ ਸਾਰੀ ਏਸੀ ਏਜ ਨਿਕਲ ਗਈ, ਮੇਰਾ ਬਿਜ਼ਨਸ ਸਾਰਾ ਖਤਮ ਹੋ ਗਿਆ, ਜਾਂ ਮੈਂ ਫੇਲ ਹੋ ਗਿਆ, ਜਾਂ ਮੈਂ ਐਗਜ਼ਾਮ ਕਰੈਕ ਨਹੀਂ ਕਰ ਪਾਇਆ, ਜਿਹੜਾ ਲੌਂਗ ਟਰਮ ਤੱਕ ਰਹਿ ਜਾ ਐਕਸਪੋਜ਼ਰ ਜਦੋਂ ਆਪਾਂ ਕਹਿੰਦੇ ਉਸ ਨੂੰ ਕਹਿੰਦੇ ਨੇ ਕ੍ਰੋਨਿਕ। ਚਲੋ ਹੁਣ ਗੱਲ ਹੈ ਕਿ ਸਰ ਸਾਰਿਆਂ ਨੇ ਸਟ੍ਰੈਸ ਬਾਰੇ ਸੁਣਿਆ, ਆਪਾਂ ਨੂੰ ਸਾਰਿਆਂ ਨੂੰ ਪਤਾ ਸਟ੍ਰੈਸ ਕੀ ਹੁੰਦਾ, ਆਪਾਂ ਦੇਖ ਵੀ ਲਿਆ, ਆਪਾਂ ਸੁਣ ਵੀ ਲਿਆ, ਬਟ ਬਹੁਤ ਵਾਰ ਇਦਾਂ ਹੁੰਦਾ ਹੈ ਕਿ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਰ ਇਹ ਸਿੰਪਟਮਸ ਸਟ੍ਰੈਸ ਦੇ ਨੇ ਜਾਂ ਸਾਇੰਸ ਸਟ੍ਰੈਸ ਦੇ ਨੇ, ਬਿਕੋਜ਼ ਆਪਾਂ ਗੱਲ ਨਹੀਂ ਕਰਦੇ। ਬਿਕੋਜ਼ ਅਗਰ ਆਪਾਂ ਨੂੰ ਕੋਈ ਚੀਜ਼ ਪਰੇਸ਼ਾਨ ਕਰੇਗੀ ਜਾਂ ਆਪਾਂ ਨੂੰ ਲੱਗ ਰਿਹਾ ਕਿ ਮੈਨੂੰ ਸਟ੍ਰੈਸ ਆ, ਬਟ ਸਭ ਤੋਂ ਪਹਿਲੀ ਗੱਲ ਤਾਂ ਆਪਣਾ ਮਾਈਂਡ ਕੀ ਹੁੰਦਾ, ਡਿਨਾਈਲ ਤੇ ਚਲਾ ਜਾਂਦਾ, ਆਪਾਂ ਡਿਨਾਈ ਕਰਦੇ ਨੇ ਕਿ ਨਹੀਂ ਨਹੀਂ ਮੈਨੂੰ ਸਟ੍ਰੈਸ ਨਹੀਂ ਹੋ ਸਕਦਾ। ਅਗਰ ਆਪਾਂ ਕੋਈ ਬੱਚਾ ਡਿਪਰੈਸ਼ਨ, ਅੱਜ ਕੱਲ ਕੇਸਿਸ ਆ ਰਹੇ ਆ ਜਦੋਂ ਪੇਰੈਂਟਸ ਐਡਮਿਟ ਕਰਦੇ ਜਾਂ ਦੇਖਦੇ ਕਿ ਨਹੀਂ ਸਾਡਾ ਬੱਚਾ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ ਜਾਂ ਉਹ ਡਿਪਰੈਸਡ ਹੈ, ਉਹ ਕਿਸੇ ਨਾਲ ਗੱਲ ਨਹੀਂ ਕਰ ਰਿਹਾ, ਤਾਂ ਸਾਇੰਸ ਕਿਤੇ ਨਾ ਕਿਤੇ ਆਪਾਂ ਨੂੰ, ਬਹੁਤ ਸਾਰੇ ਪੇਰੈਂਟਸ ਨੂੰ ਅੱਜ ਵੀ ਨਹੀਂ ਪਤਾ, ਬੱਚਿਆਂ ਨੂੰ ਆਪ ਵੀ ਨਹੀਂ ਪਤਾ ਹੁੰਦਾ। ਤਾਂ ਤੁਹਾਡੇ ਨਾਲ ਸ਼ੇਅਰ ਮੈਂ ਇਸ ਕਰਕੇ ਕਰ ਰਿਹਾ, ਐਟਲੀਸਟ ਆਪਾਂ ਨੂੰ ਪਤਾ ਹੋਏ ਕਿ ਅਗਰ ਸਟਾਰਟਿੰਗ ਤੇ ਮੈਨੂੰ ਕੋਈ ਐਸੇ ਸਿੰਪਟਮਸ ਆ ਰਹੇ ਜਾਂ ਸਾਈਨਸ ਆ ਰਹੇ, ਤਾਂ ਮਤਲਬ ਕਿ ਸਰ ਮੈਨੂੰ ਕਿਤੇ ਨਾ ਕਿਤੇ ਆਪਣਾ ਨਜ਼ਰੀਆ ਬਦਲਣ ਦੀ ਲੋੜ ਹੈ, ਜਾਂ ਕੋਈ ਨਾ ਕੋਈ ਚੀਜ਼ ਜਿਹੜੀ ਮੈਨੂੰ ਸਟ੍ਰੈਸ ਦੇ ਰਹੀ ਮੈਂ ਉਸ ਤੇ ਵਰਕਆਊਟ ਕਰਾਂ, ਜਾਂ ਮੈਂ ਆਪਣੇ ਫੈਮਿਲੀ ਨੂੰ ਦੱਸਾਂ। ਤਾਂ ਜਿਹੜੇ ਸਾਇੰਸ ਆਫ ਸਟ੍ਰੈਸ ਅਗਰ ਆਪਾਂ ਗੱਲ ਕਰਨੀ ਹੈ ਤਾਂ ਡੈਟ ਇਜ਼ ਫਿਜ਼ੀਕਲ, ਇਮੋਸ਼ਨਲ ਐਂਡ ਬਿਹੇਵੀਅਰ। ਤਿੰਨ ਤਰੀਕੇ ਦੀ ਆਪਾਂ ਗੱਲ ਕਰਨੀ ਹੈ। ਫਿਜ਼ੀਕਲ ਸਾਇੰਸ ਕੀ ਹੈ, ਜੋ ਆਪਣੇ ਦਿਖਦੇ ਬੇਸਿਕਲੀ, ਤਾਂ ਜਦੋਂ ਵੀ ਸਟ੍ਰੈਸ ਹੁੰਦਾ ਹੈ, ਰੇਸਿੰਗ ਹਾਰਟ, ਡੈਟ ਇਜ਼ ਦਿਲ ਦਾ ਧੜਕਣ ਤੇਜ਼ ਹੋ ਜਾਂਦੀ ਹੈ, ਠੀਕ ਹੈ, ਹੱਥਾਂ ਦਾ ਕੰਬਣਾ, ਲੱਤਾਂ ਦਾ ਕੰਬਣਾ, ਹਾਈ ਬਲੱਡ ਪ੍ਰੈਸ਼ਰ, ਕਲੈਂਚਿੰਗ ਫਿਸਟ ਦੀ ਜਦੋਂ ਆਪਾਂ ਗੱਲ ਕਰੀਏ, ਡੈਟ ਇਜ਼ ਕਲੈਂਚਿੰਗ ਫਿਸਟ, ਇੱਧਰ ਤੁਹਾਡੀ ਇਮੇਜ ਬਣੀ ਹੋਣੀ ਹੈ, ਮੁੱਠੀ ਬੰਦ ਕਰ ਲੈਣਾ, ਜੋ ਸਟ੍ਰੈਸ ਹੁੰਦਾ ਇੱਕੋ ਦਮ ਦਬਾਅ ਕਰ ਲੈਣੇ, ਸਿਰ ਦਰਦ ਹੋਣਾ, ਟੈਂਸ ਹੋ ਜਾਣਾ, ਮਸਲ ਦਾ ਖਿੱਚ ਪੈਣਾ, ਸਪੈਮ ਹੋਣਾ, ਮਸਲ ਸਪੈਮ, ਜਦੋਂ ਰਾਈਟ ਸਾਈਡ ਤੁਹਾਡਾ ਇਮੇਜ ਸ਼ੋ ਹੋਣੀ, ਡੈਟ ਇਜ਼ ਮਸਲ ਸਪੈਮ, ਠੀਕ ਹੈ ਜੀ। ਅਗਰ ਇਮੋਸ਼ਨਲ ਸਟ੍ਰੈਸ ਦੀ ਗੱਲ ਕਰੀਏ, ਸਰ ਮੈਨੂੰ ਡਰ ਲੱਗਦਾ ਹੈ, ਐਂਗਜ਼ਾਇਟੀ, ਤੁਸੀਂ ਇਰੀਟੇਟ ਹੋਣਾ ਸ਼ੁਰੂ ਹੋ ਜਾਂਦੇ ਹੋ, ਡਿਪਰੈਸ਼ਨ ਆਉਣਾ ਸ਼ੁਰੂ ਹੋ ਜਾਂਦਾ, ਓਵਰਥਿੰਕ ਕਰਨ ਲੱਗ ਜਾਂਦੇ ਆਪਾਂ, ਅਜ਼ੰਪਸ਼ਨਸ ਕ੍ਰੀਏਟ ਕਰਨ ਲੱਗ ਜਾਂਦੇ ਆਪਣੇ ਮਾਈਂਡ ਵਿੱਚ, ਯਾਰ ਅਗਰ ਇਦਾਂ ਹੋ ਗਿਆ ਉਹ ਤਾਂ ਮੇਰੇ ਬਾਰੇ ਇਦਾਂ ਸੋਚੇਗਾ, ਉਹਨੇ ਮੇਰੇ ਨਾਲ ਆਹ ਕਰ ਲੈਣਾ, ਕਾਈਂਡ ਆਫ ਚੀਜ਼ਾਂ। ਆਪਾਂ ਹਰ ਇੱਕ ਨੇ ਕਿਤੇ ਨਾ ਕਿਤੇ ਥੋੜਾ ਜਿਹਾ ਲੈਵਲ ਦਾ ਫਰਕ ਹੁੰਦਾ, ਹਰ ਇੱਕ ਨੇ ਆਪਣੀ ਲਾਈਫ ਦੇ ਵਿੱਚ ਕੋਈ ਨਾ ਕੋਈ ਸਟ੍ਰੈਸ ਆਪਾਂ ਕੀ ਕੀਤਾ, ਫੀਲ ਕੀਤਾ, ਫੋਕਸ ਨਹੀਂ ਕਰ ਪਾਉਂਦੇ, ਗਿਲਟ ਆਉਂਦਾ, ਐਂਡ ਮੋਸਟਲੀ ਜੋ ਨੈਗੇਟਿਵ ਇੰਪੈਕਟ ਬਹੁਤ ਜ਼ਿਆਦਾ ਨਿਕਲ ਕੇ ਆਉਂਦਾ, ਡੈਟ ਇਜ਼ ਅਗਰ ਨੋਟ ਇਨ ਦੀ ਕੇਸ ਆਫ ਸਟੂਡੈਂਟਸ ਦੇ ਕੇਸਿਸ 'ਚ ਘੱਟ ਆ, ਬਟ ਮੈਜੋਰਿਟੀ ਦੇ ਵਿੱਚ ਆਪਾਂ ਜਦੋਂ ਗੱਲ ਕਰੀਏ ਤਾਂ ਡੈਟ ਇਜ਼ ਸਮੋਕ, ਡਰਿੰਕ, ਅਲਕੋਹਲ, ਯੂਜੂਅਲ ਤੋਂ ਜ਼ਿਆਦਾ ਇੱਕ ਪਰਸਨ ਕੀ ਕਰਦਾ, ਲੈਣ ਲੱਗ ਜਾਂਦਾ। ਅਕਸਰ ਆਪਾਂ ਦੇਖਿਆ ਆਪਣੇ ਆਲੇ ਦੁਆਲੇ ਵੀ, ਚਾਹੇ ਮੂਵੀਜ਼ ਦੀ ਗੱਲ ਕਰ ਲਈਏ, ਹਰ ਇੱਕ ਚੀਜ਼ ਆਪਾਂ ਦੇਖਿਆ ਕਿ ਜਦੋਂ ਇੱਕ ਪਰਸਨ ਸਟ੍ਰੈਸ ਹੁੰਦਾ ਉਹ ਕਰਦਾ। ਫਿਰ ਅਗਰ ਆਪਾਂ ਬਿਹੇਵੀਅਰਲ ਦੀ ਗੱਲ ਕਰੀਏ, ਠੀਕ ਹੈ, ਕਿ ਸਰ ਬਿਹੇਵੀਅਰ ਦੇ ਉੱਪਰ ਮੇਰੇ ਕੀ ਇੰਪੈਕਟ ਆਉਂਦਾ ਹੈ, ਠੀਕ ਹੈ, ਸਰ ਚੇਂਜ ਇਨ ਐਪੀਟਾਈਟ। ਹੁਣ ਤੁਸੀਂ ਹੈਰਾਨੀ ਹੋਏਗੀ ਕਿ ਸਰ ਮੇਰੇ ਸਟ੍ਰੈਸ ਆ ਮੇਰੀ ਡਾਈਜੈਸ਼ਨ ਦੇ ਨਾਲ ਡਾਇਰੈਕਟ ਲਿੰਕ ਹੈ। ਇੱਕ ਪਰਸਨ ਜਿਸ ਨੂੰ ਕ੍ਰੋਨਿਕ ਸਟ੍ਰੈਸ ਹੈ ਜਾਂ ਲਗਾਤਾਰ ਕਿਸੇ ਸਟ੍ਰੈਸ ਦੇ ਵਿੱਚ ਨਿਕਲਿਆ, ਉਹ ਡਾਈਜੈਸ਼ਨ ਪ੍ਰੋਬਲਮ ਹੁੰਦੀ ਹੈ, ਚੀਜ਼ਾਂ ਨੂੰ ਭੁੱਲਣਾ ਸ਼ੁਰੂ ਕਰ ਦਿੰਦਾ, ਠੀਕ ਹੈ, ਨੀਂਦ ਨਹੀਂ ਆਉਂਦੀ ਜਾਂ ਟੈਨਸ਼ਨ ਹੁੰਦੀ ਹੈ ਤਾਂ ਕੈਫੇਨ ਲੈਣਾ ਆਪਾਂ ਸ਼ੁਰੂ ਕਰ ਦਿੰਦੇ ਹਾਂ, ਕੰਸੈਂਟਰੇਸ਼ਨ ਮੇਰੀ ਨਹੀਂ ਬਣ ਪਾਉਂਦੀ, ਮੈਨੂੰ ਨੀਂਦ ਨਹੀਂ ਆਉਂਦੀ, ਅਗਰ ਮੇਰੀ ਨੀਂਦ ਦਾ ਸਾਈਕਲ ਹੈ ਜਿਹੜਾ ਸਲੀਪ ਸਾਈਕਲ ਹੈ ਉਹ ਸਾਰਾ ਡਿਸਟਰਬ ਹੋ ਜਾਂਦਾ। ਅਗਰ ਤੁਹਾਡੇ ਨਾਲ ਸਾਰੇ ਸਿੰਪਟਮਸ ਕਿਤੇ ਨਾ ਕਿਤੇ ਆ ਰਹੇ ਆ, ਠੀਕ ਹੈ, ਤਾਂ ਪਲੀਜ਼ ਧਿਆਨ ਰੱਖਿਓ ਕਿ ਇਹ ਅਲਟੀਮੇਟਲੀ ਥੀਸ ਆਰ ਦਾ ਸਾਈਨਸ, ਜਾਂ ਸਟਾਰਟਿੰਗ ਸਾਈਨਸ ਹੋ ਸਕਦੇ ਜਾਂ ਵਰਸ ਸਾਈਨਸ ਹੋ ਸਕਦੇ ਕਿ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਨਾ ਕੀ ਹੈ ਸਟ੍ਰੈਸ ਹੈ। ਅਗਰ ਐਸਾ ਕੋਈ ਸਾਈਨਸ ਆਂਦਾ ਤਾਂ ਆਪਾਂ ਨੂੰ ਇਗਨੋਰ ਜਿਹੜਾ ਹੈ ਉਸ ਚੀਜ਼ ਨੂੰ ਨਹੀਂ ਕਰਨਾ ਚਾਹੀਦਾ, ਬਹੁਤ ਜ਼ਰੂਰੀ ਹੈ, ਬਿਕੋਜ਼ ਅਲਟੀਮੇਟਲੀ ਆਪਣੀ ਹੈਲਥ ਆਪਣੀ ਸਭ ਤੋਂ ਜ਼ਰੂਰੀ ਹੈ। ਹਰ ਇੱਕ ਚੀਜ਼ਾਂ ਸਾਰੀਆਂ ਆ ਜਾਂਦੀਆਂ, ਅਗਰ ਆਪਣੇ ਕੋਲ ਸਭ ਤੋਂ ਪਹਿਲਾਂ ਹੈਲਥ ਹੈ ਜਾਂ ਚੀਜ਼ਾਂ, ਤਾਂ ਆਪਾਂ ਸਾਰੀ ਚੀਜ਼ਾਂ ਨੂੰ ਕੋਪ ਅਪ ਕਰ ਸਕਦੇ ਹਾਂ। ਪਾਰਟਿਕੂਲਰਲੀ ਜਿਹੜੀ ਅੱਜ ਆਪਾਂ ਗੱਲ ਕਰਨੀ ਹੈ, ਠੀਕ ਹੈ, ਸਟ੍ਰੈਸ ਸਰ ਬੇਸਿਕ ਇੱਕ ਦੱਸਣਾ ਜ਼ਰੂਰੀ ਸੀ ਕਿ ਐਕਚੁਅਲ ਹੈ ਕੀ, ਜਾਂ ਸਾਇੰਸ ਕੀ ਹੈ, ਜਾਂ ਸਿੰਪਟਮਸ ਕੀ ਹੈ। ਪਾਰਟਿਕੂਲਰਲੀ ਅੱਜ ਜਿਹੜਾ ਮੇਰਾ ਟਾਰਗੇਟ ਹੈ, ਠੀਕ ਹੈ, ਬਹੁਤ ਹੀ ਟੀਚਰਸ ਵੀ ਬੈਠੇ ਆ, ਉਹਨਾਂ ਦੇ ਵੀ ਅੱਗੋਂ ਬੱਚੇ ਨੇ ਜਿਹੜੇ ਸਟੂਡੈਂਟਸ, ਅਲਟੀਮੇਟਲੀ ਉਹਨਾਂ ਲਈ ਵੀ ਹੈਲਪਫੁਲ ਹੈ ਕਿ ਆਪਾਂ ਸਿਰਫ ਐਗਜ਼ਾਮ ਸਟ੍ਰੈਸ ਉੱਪਰ ਅੱਜ ਗੱਲ ਕਰਨੀ ਹੈ। ਓਬਵੀਅਸਲੀ ਆਪਾਂ ਕਹਦੇ ਕਿ ਸਰ ਐਗਜ਼ਾਮੀਨੇਸ਼ਨ ਦੇ ਟਾਈਮ ਤੇ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਸਰ ਮੈਨੂੰ ਕੋਈ ਨਾ ਕੋਈ ਸਟ੍ਰੈਸ ਹੋ ਰਿਹਾ, ਡੈਟ ਇਜ਼ ਐਗਜ਼ਾਮ ਸਟ੍ਰੈਸ। ਯੂਜੂਅਲੀ ਅਕਰ ਕਦੋਂ ਹੁੰਦਾ ਕਿ ਮੈਂ ਜਦੋਂ ਰਿਵੀਜ਼ਨ ਕਰ ਰਿਹਾ ਹੁੰਦਾ, ਜਾਂ ਐਕਚੁਅਲ ਦੇ ਵਿੱਚ ਇੱਕ ਦਿਨ ਪਹਿਲਾਂ ਜਦੋਂ ਮੈਨੂੰ ਐਗਜ਼ਾਮ ਮੇਰਾ ਹੁੰਦਾ, ਉਸ ਟਾਈਮ ਤੇ ਆਪਾਂ ਜਦੋਂ ਕਰਦੇ, ਠੀਕ ਹੈ ਜੀ। ਮੋਸਟਲੀ ਸਰ ਮੇਰਾ ਸਟ੍ਰੈਸ ਲੈਵਲ ਬਹੁਤ ਜ਼ਿਆਦਾ ਉੱਪਰ ਚਲਾ ਜਾਂਦਾ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਠੀਕ ਹੈ। ਕੁਐਸਚਨ ਆਇਆ ਸਰ ਐਗਜ਼ਾਮ ਸਟ੍ਰੈਸ ਕਿੱਥੋਂ ਆਉਂਦਾ? ਸਭ ਤੋਂ ਪਹਿਲਾਂ ਸਰ ਪ੍ਰੈਸ਼ਰ, ਨੋ ਡਾਊਟ ਪ੍ਰੈਸ਼ਰ ਹੁੰਦਾ ਹੀ ਹੁੰਦਾ ਜੀ। ਦੂਸਰੀ ਗੱਲ ਹੈ ਸਰ ਹਾਈ ਐਕਸਪੈਕਟੇਸ਼ਨਸ। ਹੁਣ ਹਾਈ ਐਕਸਪੈਕਟੇਸ਼ਨਸ ਕੀ ਹੁੰਦੀ? ਮੋਸਟਲੀ ਹੋ ਸਕਦਾ ਮੇਰੇ ਪੇਰੈਂਟਸ ਦੀ ਮੇਰੇ ਤੋਂ ਐਕਸਪੈਕਟੇਸ਼ਨਸ ਜੋ ਬੱਚੇ ਫੀਲ ਕਰਦੇ, ਠੀਕ ਹੈ। ਕਈ ਵਾਰੀ ਮਾਂ ਪਿਓ ਤਾਂ ਬੜੇ ਲਾਡ ਪਿਆਰ ਨਾਲ ਕਹਿੰਦੇ ਨਹੀਂ ਨਹੀਂ ਮੇਰਾ ਬੱਚਾ ਇਹ ਕਰੇਗਾ ਜੀ, ਮੈਨੂੰ ਮਾਣ ਆਪਣੇ ਬੱਚੇ। ਨੋ ਡਾਊਟ ਉਹਨਾਂ ਨੇ ਬੜੇ ਪੋਜ਼ਿਟਿਵ ਵੇ ਨਾਲ ਕਿਹਾ ਹੁੰਦਾ, ਹਰ ਇੱਕ ਪੇਰੈਂਟ ਹੈ ਜੀ, ਕੋਈ ਨਹੀਂ ਕਹਿੰਦਾ, ਹਰ ਇੱਕ ਪੇਰੈਂਟ ਚਾਹੁੰਦਾ ਕਿ ਉਹਨਾਂ ਦੇ ਬੱਚੇ ਅੱਛਾ ਸਕੋਰ ਕਰਨ,
ਠੀਕ ਹੈ, ਕੋਈ ਨਾ ਕੋਈ ਅੱਛੀ ਇੱਕ ਚੀਜ਼ ਅਚੀਵ ਕਰਨ, ਤਾਂ ਆਬਵੀਅਸਲੀ ਬਟ ਉਸ ਚੀਜ਼ ਨੂੰ ਆਪਾਂ ਕੀ ਲੈਣਾ ਚਾਹੀਦਾ, ਆਪਾਂ ਨੂੰ ਇੱਕ ਕੈਲਕੂਲੇਟਿਵ ਢੰਗ ਨਾਲ ਲੈਣਾ ਚਾਹੀਦਾ, ਆਪਾਂ ਉਸ ਨੂੰ ਪੋਜ਼ਿਟਿਵ ਵੇ ਨਾਲ ਲਈਏ। ਬਟ ਆਪਾਂ ਕਈ ਵਾਰੀ ਕੀ ਕਰ ਲੈਂਦੇ ਹਾਂ, ਸਟੂਡੈਂਟਸ ਐਕਚੁਅਲੀ ਕੀ ਕਰ ਲੈਂਦੇ ਕਿ ਉਸ ਚੀਜ਼ ਨੂੰ ਬਹੁਤ ਓਵਰ ਬਰਡਨ ਕਰ ਲੈਂਦੇ, ਨਹੀਂ ਯਾਰ ਮੇਰੇ ਪੇਰੈਂਟਸ ਕੀ ਦੇਖਣਗੇ, ਮੇਰੇ ਪੇਰੈਂਟਸ ਕੀ ਸੋਚਣਗੇ, ਠੀਕ ਹੈ। ਤਾਂ ਸਾਰਿਆਂ ਨੇ, ਤੁਸੀਂ ਬੜੀ ਵਾਰੀ ਮੂਵੀ ਵੀ ਆਈ ਸੀ, ਇੱਕ ਛਿਛੋਰੇ ਮੂਵੀ ਆਈ ਸੀ ਬੇਸਿਕਲੀ, ਉਸ ਉੱਪਰ ਵੀ ਇਹ ਬਹੁਤ ਫੋਕਸ ਕੀਤਾ ਗਿਆ ਸੀ ਕਿ ਇੱਕ ਜਿਹੜਾ ਬੱਚਾ ਹੁੰਦਾ ਛੋਟਾ, ਠੀਕ ਹੈ, ਕਿ ਪੇਰੈਂਟਸ ਕਿਤੇ ਨਾ ਕਿਤੇ ਪ੍ਰੈਸ਼ਰਾਈਜ਼ ਕਰ ਲੈਂਦੇ, ਜਾਂ ਪੇਰੈਂਟਸ ਐਕਸਪੈਕਟੇਸ਼ਨਸ, ਪੇਰੈਂਟਸ ਨੂੰ ਪਤਾ ਵੀ ਨਹੀਂ ਹੁੰਦਾ, ਆਪਾਂ ਪੇਰੈਂਟਸ ਨੂੰ ਬਲੇਮ ਨਹੀਂ ਕਰ ਸਕਦੇ ਇਸ ਚੀਜ਼ ਤੇ, ਬਟ ਸਟਿਲ ਇੱਕ ਪੇਰੈਂਟਸ ਨੇ ਬੜੇ ਪੋਜ਼ਿਟਿਵ ਵੇ ਨਾਲ ਕਹਿੰਦੇ ਆ, ਠੀਕ ਹੈ, ਇੱਕ ਉਮੀਦ ਹੁੰਦੀ ਹੈ, ਬਟ ਉਸ ਉਮੀਦ ਨੂੰ ਆਪਾਂ ਨੂੰ ਕੀ ਕਰਨਾ ਚਾਹੀਦਾ ਕਿ ਆਪਾਂ ਐਫਰਟ ਲਗਾਓ। ਤੁਹਾਡੇ ਮਾਈਂਡ ਦੇ ਵਿੱਚ ਇਹ ਹੋਣਾ ਚਾਹੀਦਾ ਕਿ ਅਗਰ ਮੈਂ ਆਪਣਾ 100% ਦੇਵਾਂ, ਮੈਂ ਆਪਣਾ ਕੰਮ ਕਰਤਾ, ਠੀਕ ਹੈ, ਰਿਜ਼ਲਟਸ ਆਣੇ ਮੇਰੇ ਹੱਕ ਚ ਆਉਂਦੇ, ਮੇਰੇ ਅਗੇਂਸਟ ਆਉਂਦੇ, ਜਾਂ ਮੈਨੂੰ ਫੇਵਰ ਚ ਆਉਂਦੇ ਜਾਂ ਨਹੀਂ ਆਉਂਦੇ, ਦੈਟ ਇਜ਼ ਅਪ ਟੂ, ਛੱਡ ਤੋਂ ਤੁਹਾਡਾ ਕੰਮ ਸਿਰਫ ਇੰਨਾ ਕਿ ਤੁਸੀਂ ਮਿਹਨਤ ਕਰਨੀ। ਹਾਂ, ਮੈਨੂੰ ਇੱਕ ਸਲਾਹ ਦਿੱਤੀ ਸੀ ਇੱਕ ਪਰਸਨ ਨੇ, ਕਹਿੰਦੇ ਕਿ ਅਗਰ ਤੁਹਾਨੂੰ ਕੋਈ ਚੀਜ਼ ਨਹੀਂ ਆਉਂਦੀ ਨਾ, ਤਾਂ ਉਸ ਚੀਜ਼ ਦਾ ਹੱਲ ਹੈ, ਉਸ ਚੀਜ਼ ਦਾ ਸੋਲੂਸ਼ਨ ਹੈ ਕਿ ਮੈਨੂੰ ਕੋਈ ਚੀਜ਼ ਨਹੀਂ ਆਉਂਦੀ, ਮੈਂ ਸਿੱਖ ਲੂੰਗਾ, ਬਟ ਅਗਰ ਤੁਸੀਂ ਕੁਝ ਕਰਨਾ ਹੀ ਨਹੀਂ ਚਾਹੁੰਦੇ ਨਾ, ਤਾਂ ਉਸ ਚੀਜ਼ ਦਾ ਕੋਈ ਸੋਲੂਸ਼ਨ ਹੀ ਅੱਜ ਤੱਕ ਨਹੀਂ ਬਣਿਆ। ਅਗਰ ਤੁਹਾਡਾ ਮਾਈਂਡ ਇਹ ਕਹਿੰਦਾ ਕਿ ਮੈਂ ਕੰਮ ਕਰਨਾ ਨਹੀਂ ਚਾਹੁੰਦਾ, ਮੇਰਾ ਮਨ ਹੀ ਨਹੀਂ ਕਰਦਾ, ਤਾਂ ਤੁਹਾਨੂੰ ਕੋਈ ਵੀ ਸਮਝਾ ਨਹੀਂ ਸਕਦਾ, ਤਾਂ ਅਲਟੀਮੇਟਲੀ ਇਟ ਵਿਲ ਬਿਕਮ ਅ ਕਨਵਰਟ ਇਨਟੂ ਅ ਸਟ੍ਰੈਸ। ਤਾਂ ਵੈਸੇ ਥਿੰਕਿੰਗ ਕਦੀ ਨਹੀਂ ਆਉਂਦੀ, ਡਰਨਾ ਨਹੀਂ ਹੈ ਕਿਸੇ ਵੀ ਚੀਜ਼ ਤੋਂ ਲੈ ਕੇ। ਅਗਰ ਮੈਨੂੰ ਕੋਈ ਚੀਜ਼ ਨਹੀਂ ਆਉਂਦੀ, ਪਾਰਟਿਕੂਲਰਲੀ ਮੈਨੂੰ ਕੋਈ ਸਬਜੈਕਟ ਨਹੀਂ ਆਉਂਦਾ, ਤੁਸੀਂ ਪੜੋਗੇ ਉਹ ਆ ਜਾਏਗਾ, ਕੋਈ ਕੰਮ ਨਹੀਂ ਕੀਤਾ ਉਹ ਆ ਜਾਏਗਾ, ਬਟ ਸਟਿਲ ਕੋਈ ਗੱਲ ਨਹੀਂ। ਕੰਪੀਟੀਟਿਵਨੈਸ ਜਦੋਂ ਆਪਾਂ ਗੱਲ ਕਰਦੇ ਹਾਂ, ਸਰ ਕੰਪੀਟੀਸ਼ਨ ਬਹੁਤ ਹੈ, ਠੀਕ ਹੈ ਜੀ, ਬਹੁਤ ਜ਼ਿਆਦਾ। ਐਕਚੁਅਲ 'ਚ ਆਪਾਂ ਦੇਖਦੇ ਹਾਂ ਜੀ ਹਾਇਰ ਸਕੋਰ ਕਰਨਾ ਜੀ, ਮੈਰਿਟ ਦੇ ਮਜ਼ਕਰ ਭੱਜੇ ਫਿਰਦੇ ਆ, ਠੀਕ ਹੈ, ਬਹੁਤ ਸਾਰੀ ਵੀਡੀਓਜ਼ ਆ ਗਈ, ਬਹੁਤ ਸਾਰੀਆਂ ਚੀਜ਼ਾਂ। ਕਈ ਵਾਰੀ ਕੀ ਕਰਦੇ ਆ, ਜੋ ਗਲਤੀ ਜੋ ਮੈਂ ਅਬਜ਼ਰਵ ਕੀਤੀ ਹੈ, ਹਾਲਾਂਕਿ ਮੇਰੇ ਤੋਂ ਬਹੁਤ ਜ਼ਿਆਦਾ ਗੁਣੀ ਲੋਕ ਇੱਥੇ ਬੈਠੇ ਆ, ਮੇਰੇ ਟੀਚਿੰਗ ਐਕਸਪੀਰੀਅੰਸ ਇੰਨਾ ਨਹੀਂ ਹੈ, ਬਟ ਜਿੰਨੀ ਕੁ ਮੈਂ ਅਬਜ਼ਰਵ ਕੀਤੀ ਹੈ ਕਿ ਆਪਾਂ ਮੈਰਿਟ ਬਹੁਤ ਜ਼ਿਆਦਾ ਕਰਦੇ ਹਾਂ, ਐਂਡ ਰੋਟ ਲਰਨਿੰਗ ਹੋ ਜਾਂਦੀ ਹੈ ਉਸ ਮੈਰਿਟ ਦੇ ਚੱਕਰ ਦੇ ਵਿੱਚ। ਆਪਾਂ ਦੇਖਦੇ ਨਹੀਂ, ਆਪਾਂ ਕੰਸੈਪਚੁਅਲਾਈਜੇਸ਼ਨ ਨੂੰ ਕਲੀਅਰ ਹੀ ਨਹੀਂ ਕਰਦੇ, ਆਪਾਂ ਕੰਸੈਪਟਸ ਉੱਪਰ ਫੋਕਸ ਹੀ ਨਹੀਂ ਕਰਦੇ। ਕਈ ਵਾਰ ਇਦਾਂ ਹੁੰਦਾ ਕਿ ਆਪਾਂ ਨੂੰ ਇੱਕ ਚੀਜ਼ ਦੀ ਡੈਫੀਨੇਸ਼ਨ ਤੱਕ ਨਹੀਂ ਪਤਾ ਹੁੰਦੀ, ਬਟ ਆਪਾਂ ਉਹਦੀ ਐਡਵਾਂਟੇਜਸ ਡਿਸਐਡਵਾਂਟੇਜਸ ਰੱਟੀ ਬੈਠੇ ਹੁੰਦੇ। ਸਰ ਮੈਨੂੰ ਉਹ ਤਾਂ ਨਹੀਂ ਪਤਾ ਮੀਨਿੰਗ, ਬਟ ਮੈਨੂੰ ਇਹ ਪਤਾ ਕਿ ਇਹਦੇ ਫਾਇਦੇ ਜਾਂ ਇਹਦੇ ਨੁਕਸਾਨ ਹੈ। ਸੈਕਿੰਡ ਥਾਟ ਦੇਣਾ ਚਾਹੀਦਾ ਉਸ ਚੀਜ਼ ਨੂੰ ਕਿ ਮੈਨੂੰ ਜਿਸ ਚੀਜ਼ ਦਾ ਮੀਨਿੰਗ ਹੀ ਨਹੀਂ ਪਤਾ, ਮੈਨੂੰ ਕੰਸੈਪਟ ਹੀ ਨਹੀਂ ਪਤਾ, ਬਟ ਮੈਂ ਉਸ ਚੀਜ਼ ਬਾਰੇ ਕੋਈ ਡੀਪ ਨਹੀਂ ਪੜ੍ਹੀ। ਤਾਂ ਕੋਈ ਵੀ ਚੀਜ਼ ਅਗਰ ਡਿਟੇਲ 'ਚ ਪੜ੍ਹਨੀਆਂ ਚੀਜ਼ਾਂ, ਬਟ ਆਪਾਂ ਨੂੰ ਉਸ ਦੀ ਕੰਸੈਪਚੁਅਲਾਈਜੇਸ਼ਨ ਕੀ ਹੋਣੀ ਚਾਹੀਦੀ, ਕਲੀਅਰ ਹੋਣੀ ਚਾਹੀਦੀ। ਤਾਂ ਕੰਸੈਪਟਸ ਤੇ ਫੋਕਸ ਕਰੋਗੇ, ਆਪਣੇ ਆਪ ਗਰੋ ਕਰੋਗੇ, ਕੋਈ ਲੋੜ ਹੀ ਨਹੀਂ ਹੋਣੀ। ਤਾਂ ਕੰਪੀਟੀਟਿਵਨੈਸ ਠੀਕ ਹੈ, ਬਟ ਉਸ ਨੂੰ ਪੋਜ਼ਿਟਿਵ ਸਟ੍ਰੈਸ ਦੇ ਨਾਲ ਲੈਣਾ, ਤੁਸੀਂ ਕੈਲਕੂਲੇਟਿਵ ਸਟ੍ਰੈਸ ਲੈਣਾ। ਨੋ ਡਾਊਟ ਕੰਪੀਟ ਕਰਨਾ ਹੈ, ਕੰਪੀਟ ਕਰਦੇ ਆ ਤਾਂ ਕ੍ਰੀਏਟੀਵਿਟੀ ਨਿਕਲਦੀ ਹੈ, ਜ਼ਰੂਰੀ ਹੈ। ਅਗਰ ਆਪਾਂ ਕੰਪੀਟ ਨਹੀਂ ਕਰਾਂਗੇ, ਬਿਹਤਰ ਕਿਵੇਂ ਹੋਵਾਂਗੇ, ਕਿਵੇਂ ਆਪਾਂ ਲੱਗੇਗਾ ਕਿ ਮੇਰੇ ਉੱਪਰ ਕਿਵੇਂ ਬਟਨ ਆਏਗਾ, ਮੇਰਾ ਮਾਈਂਡ ਕਿਵੇਂ ਹੋਰ ਕ੍ਰੀਏਟੀਵਿਟੀ ਦੇਗਾ। ਫਿਰ ਗੱਲ ਆ ਜਾਂਦੀ ਹੈ ਸਰ ਕੰਪੈਰੀਜ਼ਨ ਵਿਦ ਅਦਰਸ, ਜੋ ਮੋਸਟ ਆਫ ਦੀ ਸਟੂਡੈਂਟਸ ਦਾ ਅੱਜ ਦਾ ਮੇਜਰ ਰੀਜ਼ਨ ਹੈ ਸਟ੍ਰੈਸ ਦਾ, ਡੈਟ ਇਜ਼ ਦੀ ਕੰਪੈਰੀਜ਼ਨ। ਹੁਣ ਅਗਰ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਪਰਸਨਲ ਐਕਸਪੀਰੀਅੰਸ ਆ, 2 ਮਿੰਟ ਦੀ ਸਟੋਰੀ ਹੈ, ਜੋ ਕੰਪੈਰੀਜ਼ਨ ਦੇ ਉੱਪਰ ਮੈਂ ਗੱਲ ਕਰਦਾ, ਉਹ ਚਾਹੇ ਛੋਟੇ ਦੀ ਗੱਲ ਹੈ ਚਾਹੇ ਵੱਡੇ ਦੀ ਗੱਲ ਹੈ, ਦੋਨਾਂ ਤੇ ਅਪਲਾਈ ਹੁੰਦੀ ਜੀ, ਈਵਨ ਉਹ ਮੇਰੇ ਤੇ ਵੀ ਅਪਲਾਈ ਹੁੰਦੀ। ਮੈਂ ਜਦੋਂ ਸਕੂਲ ਟਾਈਮ ਤੇ ਸੀ ਤਾਂ ਮੇਰਾ ਸਕੂਲ ਸ਼ਿਫਟ ਕਰ ਦਿੱਤਾ ਗਿਆ ਸੀ, ਠੀਕ ਹੈ ਜੀ, ਤਾਂ ਕਿ ਮੇਰੀ ਇੰਗਲਿਸ਼ ਇੰਪਰੂਵ ਹੋ ਜਾਏ। ਪੇਰੈਂਟਸ ਨੇ ਕਿਸੇ ਨੂੰ ਗਾਈਡ ਕੀਤਾ ਕਿ ਇਹਨੂੰ ਸਕੂਲਸ ਦੇ ਕਨਵੈਂਟ ਸਕੂਲ ਦੇ ਵਿੱਚ ਨੂੰ ਐਜੂਕੇਟਡ ਦੋ, ਥੋੜੀ ਜਿਹੀ ਇੰਗਲਿਸ਼ ਇੰਪਰੂਵ ਹੋਏ। ਚਲੋ ਹਰ ਇੱਕ ਪੇਰੈਂਟ ਆਪਣੇ ਆਪ ਕਰਦਾ। ਜਦੋਂ ਮੈਂ ਗਿਆ ਤਾਂ ਮੇਰਾ ਇੰਗਲਿਸ਼ ਬੈਕਗ੍ਰਾਉਂਡ ਨਹੀਂ ਸੀ, ਤਾਂ ਸਟਾਰਟਿੰਗ ਤੇ ਤਾਂ ਮੇਰੇ ਸੈਲਫ ਕੌਨਫੀਡੈਂਸ ਦੀ ਧੱਜੀਆਂ ਉੱਡ ਗਈਆਂ। ਆਈ ਵਾਸ ਲਿਟਰਲੀ ਵੈਰੀ ਬੈਡ ਇਨ ਇੰਗਲਿਸ਼। ਤਾਂ ਕੀ ਸੀ ਤਾਂ ਕੰਪੈਰੀਜ਼ਨ ਕੀ ਹੁੰਦਾ ਸੀ ਕਿ ਮੇਰਾ ਸੀਟ ਮੇਰੀ ਕੀ ਕਰ ਦਿੱਤੀ ਇੱਕ ਹੁਸ਼ਿਆਰ ਬੱਚੇ ਨਾਲ, ਮਤਲਬ ਇੱਦਾਂ ਕਰਦੇ ਕਰਦੇ ਮੈਂ ਸਕੂਲਿੰਗ ਫਾਈਨਲ ਮੈਂ ਬੋਰਡ ਦੇ ਵਿੱਚ ਪਹੁੰਚ ਗਿਆ, ਤਾਂ ਮੇਰੇ ਪ੍ਰੀ ਬੋਰਡ ਦੇ ਵਿੱਚ ਨਾ ਮਾਰਕਸ ਬੜੇ ਘੱਟ ਸੀ। ਪ੍ਰੀ ਬੋਰਡ ਦੇ ਵਿੱਚ ਮਾਰਕਸ ਬੜੇ ਘੱਟ ਸੀ, ਅਰਾਊਂਡ 60 to 62%। ਐਂਡ ਪੇਰੈਂਟਸ ਟੈਂਸ਼ਨ 'ਚ ਲੈ ਗਏ ਕਿ ਯਾਰ ਇੱਦਾਂ ਨਹੀਂ ਹੋਣਾ ਚਾਹੀਦਾ, ਕਿ ਬੱਚਾ ਤਾਂ ਪੜ੍ਹਨ ਵਾਲਾ ਮਿਹਨਤੀ। ਤਾਂ ਉਹਨਾਂ ਨੇ ਕੀ ਕੀਤਾ ਕਿ ਮੇਰੇ ਜਿੰਨੇ ਬਾਕੀ ਫਰੈਂਡਸ ਸੀ ਉਹ ਸਾਰੇ ਹੁਸ਼ਿਆਰ ਸੀ, ਬਿਕੋਜ਼ ਉਹ ਸ਼ੁਰੂ ਤੋਂ ਪੜ੍ਹਦੇ ਸੀ, ਕਿਤੇ ਨਾ ਕਿਤੇ ਇੰਗਲਿਸ਼ ਕਰਕੇ ਮਾਰਨੀ ਪੈਂਦੀ ਸੀ, ਤਾਂ ਦੇ ਸਕੋਰ ਹਾਇਰ ਪਰਸੈਂਟੇਜ। ਸਿੰਪਲ ਸਿਚੁਏਸ਼ਨ ਆਪਾਂ ਸਾਰਿਆਂ ਨੇ ਫੇਸ ਕੀਤੀ ਹੋਣੀ, ਆਪਣੇ ਪੇਰੈਂਟਸ ਵੀ ਕੰਪੇਅਰ ਕਰਦੇ। ਤਾਂ ਕੀ ਹੋਇਆ, ਜਦੋਂ ਬੋਰਡ ਦਾ ਰਿਜ਼ਲਟ ਆਇਆ, ਐਕਚੁਅਲ 10th ਬੋਰਡ ਦਾ, ਮੈਂ ਘਰੇ ਗਿਆ ਤਾਂ ਆਈ ਸਕੋਰ 78%। ਤਾਂ ਅਗਰ ਹੁਣ ਮੈਂ ਕੰਪੇਅਰ ਕਰਾਂ, ਹੁਣ ਕੰਪੈਰੀਜ਼ਨ ਦੀ ਗੱਲ ਆਉਂਦੀ ਕਿ ਅਗਰ ਮੈਂ ਆਪਣਾ ਕੰਪੈਰੀਜ਼ਨ ਆਪਣੇ ਨਾਲ ਕਰਾਂ ਕਿ ਮੇਰਾ ਰਾਈਜ਼ ਕਿੰਨਾ ਸੀ, ਮੇਰੀ ਇੰਪਰੂਵਮੈਂਟ ਕਿੰਨੀ ਸੀ, ਇੰਪਰੂਵਮੈਂਟ ਆਫ 18%। 60 ਤੋਂ ਮੈਂ ਕਿੱਥੇ ਜੰਪ ਕੀਤਾ, 78 ਤੇ, ਠੀਕ ਹੈ। ਮੈਂ ਮੰਮਾ ਕੋਲ ਗਿਆ, ਮੈਂ ਕਿਹਾ ਮੰਮਾ ਮੇਰੇ ਇੰਨੇ ਪਰਸੈਂਟ ਆਏ, ਬਲੀਵ ਨਹੀਂ ਹੋਇਆ। ਕਹਿੰਦੇ ਬੱਚੇ ਬਹੁਤ ਵਧੀਆ ਮਾਰਕਸ ਹੈ, ਮੈਨੂੰ ਬੜੀ ਖੁਸ਼ੀ ਹੈ। ਤਾਂ 2-3 ਮਿੰਟ ਬਾਅਦ ਉਹਨਾਂ ਨੇ ਮੈਨੂੰ ਫਿਰ ਪੁੱਛਿਆ, ਕਹਿੰਦੇ ਵੀ ਤੇਰਾ ਫਰੈਂਡ ਆ ਦਿਲਾਵਰ, ਉਸਦੇ ਕਿੰਨੇ ਮਾਰਕਸ? ਮੈਂ ਕਿਹਾ ਮੰਮਾ ਹੀ ਸਕੋਰਡ 97। ਓਹੋ, ਹਾਲਾਂਕਿ ਮੇਰੀ ਸੀਟ ਉਹਦੇ ਨਾਲ ਹੀ ਫਿਕਸ ਕੀਤੀ ਗਈ ਸੀ, ਤੂੰ ਪੜ੍ਹੇਗਾ ਚਲੋ ਠੀਕ ਹੈ, ਬਟ ਮੈਨੂੰ ਅੱਗੋਂ ਕੀ ਕਹਿੰਦੇ ਬੱਚੇ ਤੋਂ ਅਗਰ ਹੋਰ ਮਿਹਨਤ ਕਰਦਾ ਹੋਰ ਵਧੀਆ ਆ ਸਕਦੇ ਸੀ।
ਹੁਣ ਇੱਥੇ ਕੰਪੈਰੀਜ਼ਨ ਦੀ ਗੱਲ ਆ ਗਈ। ਦੇਖੋ ਜਿਹੜੇ ਮਾਰਕਸ 5 ਮਿੰਟ ਪਹਿਲਾਂ ਬਹੁਤ ਅੱਛੇ ਸੀ, ਉਹ ਕੰਪੇਅਰ ਕਰਨ ਤੋਂ ਬਾਅਦ ਬਹੁਤ ਅੱਛੇ ਨਹੀਂ ਰਹੇ। ਆਪਾਂ ਵੀ ਲਾਈਫ 'ਚ ਉਦਾਂ ਹੀ ਕਰਦੇ ਆ, ਚਾਹੇ ਆਪਾਂ ਵੱਡੇ ਨੇ ਚਾਹੇ ਛੋਟੇ ਨੇ, ਆਪਾਂ ਕੰਪੇਅਰ ਕਰਦੇ ਆ, ਆਪਾਂ ਦੂਸਰਿਆਂ ਨਾਲ ਕੰਪੇਅਰ ਕਰਦੇ ਆ ਕਿ ਉਹਦੇ ਕੋਲ ਕੀ ਹੈ, ਉਹ ਕਿਵੇਂ ਹੈ। ਆਪਾਂ ਨੂੰ ਕਿਸੇ ਦੀ ਲਾਈਫ ਦਾ ਨਹੀਂ ਪਤਾ। ਅਲਟੀਮੇਟਲੀ ਤੁਸੀਂ ਅਗਰ ਆਪਣਾ ਕੰਪੈਰੀਜ਼ਨ ਆਪਣੇ ਆਪ ਨਾਲ ਕਰੋਗੇ, ਤੁਸੀਂ ਦੇਖੋਗੇ ਇਵੈਂਚੁਅਲੀ ਤੁਸੀਂ ਆਪਣੀ ਲਾਈਫ ਦੇ ਵਿੱਚ ਹਰ ਇੱਕ ਪਰਸਨ ਨੇ ਬਹੁਤ ਗਰੋ ਕੀਤਾ, ਅਲਟੀਮੇਟ ਗਰੋ ਕੀਤਾ। ਕਿੱਥੇ ਮੈਨੂੰ ABC ਲਿਖਣੀ ਆਉਂਦੀ ਸੀ, ਮੈਂ ਵਰਡਸ ਬਣਾਉਣੇ ਸਿੱਖੇ, ਵਰਡਸ ਤੋਂ ਮੈਂ ਸੈਂਟੈਂਸਿਸ ਬਣਾਉਣੇ ਸਿੱਖੇ, ਡਾਇਲੌਗਸ ਲਿਖਣ ਲੱਗ ਗਿਆ, ਐਸੇਸ ਲਿਖਣ ਲੱਗ ਗਿਆ, ਇੰਪਰੂਵ ਕੀਤਾ ਨਾ। ਗੱਲ ਕਰਨ ਦਾ ਤਰੀਕਾ ਨਹੀਂ ਸੀ, ਗੱਲ ਕਰਨ ਦਾ ਤਰੀਕਾ ਆ ਗਿਆ। ਕਦੇ ਨਹੀਂ ਸੋਚਿਆ ਸੀ ਆਈ ਵਿਲ ਬੀ ਇਨ ਦਾ ਟੀਚਿੰਗ ਪ੍ਰੋਫੈਸ਼ਨ। ਅਗਰ ਮੈਂ ਆਪਣਾ ਕੰਪੈਰੀਜ਼ਨ ਕਰਾਂ ਆਪਣੇ ਆਪ ਨਾਲ, ਤਾਂ ਮੈਂ ਇਵੈਂਚੁਅਲੀ ਆਪਣੀ ਲਾਈਫ ਦੇ ਵਿੱਚ ਬਹੁਤ ਗਰੋ ਕੀਤਾ। ਤਾਂ ਸਟ੍ਰੈਸ ਮੋਸਟਲੀ ਆਪਾਂ ਕੀ ਕਰ ਲੈਂਦੇ, ਆਪਾਂ ਆਪ ਹੀ ਕ੍ਰੀਏਟ ਕਰ ਲੈਂਦੇ ਹਾਂ। ਕਿਉਂ? ਬਾਕੀਆਂ ਨਾਲ ਕੰਪੇਅਰ ਕਰਕੇ। ਤਾਂ ਸਟੂਡੈਂਟਸ ਲਈ ਖਾਸ ਕਰਕੇ ਤੁਹਾਡੀ ਏਜ ਤੇ ਜਦੋਂ ਹੈ, ਤੁਸੀਂ ਕਦੀ ਕਿਸੇ ਨਾਲ ਕੰਪੇਅਰ ਨਹੀਂ ਕਰਨਾ ਕਿ ਫਲਾਣਾ ਟੌਪ ਕਰ ਰਿਹਾ, ਫਲਾਣਾ ਹੋਇਆ ਜੀ। ਨਹੀਂ ਨਹੀਂ ਮੰਮਾ, ਕੋਈ ਗੱਲ ਨਹੀਂ ਜੀ, ਮੇਰੇ ਘੱਟ ਹੈ, ਤੁਹਾਨੂੰ ਪਤਾ ਮੇਰੇ ਤੋਂ ਤਾਂ ਉਹਨਾਂ ਦੇ ਵੀ ਘੱਟ ਆਏ ਨੇ। ਤੁਸੀਂ ਕੰਪੇਅਰ ਕਿਉਂ ਕਰ ਰਹੇ ਹੋ? ਤੁਹਾਡਾ ਕੰਪੈਰੀਜ਼ਨ ਸਿਰਫ ਤੁਹਾਡੇ ਨਾਲ ਹੋਣਾ ਚਾਹੀਦਾ ਹੈ ਕਿ ਅਲਟੀਮੇਟਲੀ ਮੈਂ ਇੰਪਰੂਵਮੈਂਟ ਕਰ ਰਿਹਾ। ਤੁਹਾਨੂੰ ਉੱਥੇ ਸੋਚਣਾ ਚਾਹੀਦਾ। ਅਗਰ ਤੁਹਾਡਾ ਸਟੈਗਨੇਸ਼ਨ ਪੀਰੀਅਡ ਆ ਜਾਏ, ਤੁਸੀਂ ਸੋਚੋ ਕਿ ਮੈਂ ਪਿਛਲੇ 1 ਸਾਲ ਦੇ ਵਿੱਚ ਕੋਈ ਨਿਊ ਸਕਿੱਲ ਨਹੀਂ ਸਿੱਖਿਆ, ਕੋਈ ਨਵੀਂ ਚੀਜ਼ ਨਹੀਂ ਸਿੱਖੀ, ਮੈਂ ਤਾਂ ਉੱਥੇ ਹੀ ਖੜਾ। ਫਿਰ ਤੁਹਾਨੂੰ ਸੈਕਿੰਡ ਥਾਟ ਦੇਣ ਦੀ ਲੋੜ ਹੈ ਆਪਣੇ ਮਾਈਂਡ ਨੂੰ ਕਿ ਮੈਂ ਆਪਣੀ ਲਾਈਫ ਵੱਲ ਕਿੱਧਰ ਮੂਵ ਕਰ ਰਿਹਾ, ਕੀ ਮੈਂ ਗਰੋ ਕਰ ਰਿਹਾ ਜਾਂ ਨਹੀਂ ਕਰ ਰਿਹਾ। ਨੈਕਸਟ ਹੈ ਫੀਅਰ ਆਫ ਰਿਜੈਕਸ਼ਨ। ਰਿਜੈਕਟ ਹੋ ਜਾਣਗੇ ਜੀ, ਫੇਲ ਹੋ ਜਾਣਗੇ, ਉਸ ਚੱਕਰ ਦਾ ਸਟ੍ਰੈਸ ਲੈ ਲੈਂਦੇ ਆ, ਤਾਂ ਆਪਾਂ ਮਿਹਨਤ ਨਹੀਂ ਕਰਦੇ। ਕਈ ਵਾਰੀ ਜਦੋਂ ਆਪਾਂ ਖੁਸ਼ ਨਹੀਂ ਹੁੰਦੇ, ਤੁਸੀਂ ਕਦੀ ਦੇਖਿਓ ਜਦੋਂ ਮਾਈਂਡ ਆਪਣਾ ਬਹੁਤ ਜ਼ਿਆਦਾ ਰਿਲੈਕਸ ਹੋਣਾ, ਆਪਾਂ ਬੜੇ ਖੁਸ਼ ਹੋ ਕੇ ਪੜ੍ਹ ਰਹੇ ਹਾਂ, ਤੁਹਾਨੂੰ ਪਤਾ ਨਹੀਂ ਲੱਗਣਾ ਤੁਹਾਡਾ ਚੈਪਟਰ ਕਦੋਂ ਖਤਮ ਹੋ ਜਾਣਾ। ਪੜ੍ਹਦੇ ਪੜ੍ਹਦੇ ਤੁਹਾਨੂੰ ਕਨਸੈਪਟ ਇੱਦਾਂ ਯਾਦ ਹੋ ਜਾਣੇ ਚੁਟਕੀਆਂ ਦੇ। ਬਟ ਉਹੀ ਡਰ ਨਾਲ ਪੜ੍ਹ ਰਹੇ ਹੋ, ਤੁਸੀਂ ਵਾਰੀ-ਵਾਰੀ ਚੀਜ਼ ਰਿਪੀਟ ਕਰੋਗੇ, ਤੁਸੀਂ ਦੇਖੋਗੇ, ਬਟ ਤੁਹਾਡੇ ਦਿਮਾਗ 'ਚੋਂ ਚੀਜ਼ ਜਾਣੀ ਨਹੀਂ। ਠੀਕ ਹੈ ਜੀ। ਪੂਅਰ ਟਾਈਮ ਮੈਨੇਜਮੈਂਟ, ਆਪਾਂ ਟਾਈਮ ਨਹੀਂ ਪ੍ਰੋਪਰ ਮੈਨੇਜ ਕਰਦੇ। ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੀ ਲਾਈਫ ਦੇ ਵਿੱਚ ਹੋ ਰਹੀਆਂ ਹੁੰਦੀਆਂ ਨੇ, ਜਦੋਂ ਪੜ੍ਹਨ ਬੈਠਦੇ ਹਾਂ ਸਾਰੀਆਂ ਚੀਜ਼ਾਂ ਉਸ ਟਾਈਮ ਤੇ ਦਿਮਾਗ ਤੇ ਆ ਜਾਂਦੀਆਂ, ਜਾਂ ਕੋਈ ਨਾ ਕੋਈ ਕੰਮ ਕਰਨ ਬੈਠਦੇ। ਪੂਅਰ ਸਟੱਡੀ ਹੈਬਿਟਸ, ਆਪਣੀ ਹੈਬਿਟਸ ਗਲਤ ਹੈ, ਉਹਦੀ ਗੱਲ ਮੈਂ ਅੱਗੇ ਜਾ ਕੇ ਕਰਦਾ ਹੈਬਿਟਸ। ਠੀਕ ਹੈ, ਹੁਣ ਆਪਾਂ ਗੱਲ ਕੀਤੀ ਕਿ ਠੀਕ ਹੈ ਸਰ, ਸਭ ਤੋਂ ਪਹਿਲਾਂ ਮੇਜਰ ਜਿਹੜਾ ਸਟੂਡੈਂਟਸ ਦੇ ਵਿੱਚ ਮੈਂ ਫੋਕਸ ਕੀਤੀ, ਮੇਰੀ PPT ਦਾ ਸਾਰਾ ਜਿਹੜਾ ਬੇਸਿਕ ਮੋਟਿਵ ਹੈ, ਜਿਹੜਾ ਟਾਰਗੇਟ, ਉਹ ਸਟੂਡੈਂਟਸ ਹੈ, ਤੁਸੀਂ ਹੋ ਜਿੰਨਾ ਨਾਲ ਅੱਜ ਮੈਂ ਗੱਲ ਕਰ। ਤਾਂ ਜਿਹੜਾ ਮੇਜਰ ਸਟ੍ਰੈਸਰਸ ਹੈ ਦੈਟ ਇਜ਼ ਪੇਰੈਂਟਸ ਐਕਸਪੈਕਟੇਸ਼ਨਸ। ਤਾਂ ਮੈਂ ਦੁਬਾਰਾ ਫਿਰ ਰਿਪੀਟ ਕਰ ਰਿਹਾ ਕਿ ਅਲਟੀਮੇਟਲੀ ਪਲੀਜ਼ ਇਸ ਚੀਜ਼ ਨੂੰ ਹਰ ਇੱਕ ਸਟੂਡੈਂਟ ਬੜੇ ਪੋਜ਼ਿਟਿਵ ਵੇ ਨਾਲ। ਪੇਰੈਂਟਸ ਕੁਝ ਕਹਿੰਦੇ ਆ ਤਾਂ ਉਹਨਾਂ ਦੀ ਇੰਟੈਂਸ਼ਨ ਦੇਖੋ, ਉਹਨਾਂ ਦੇ ਵਰਡਸ ਨਾ ਦੇਖੋ। ਬੇਸਿਕਲੀ ਕਿ ਉਹਨਾਂ ਦੀ ਇੰਟੈਂਸ਼ਨ ਤਾਂ ਬਿਲਕੁਲ ਠੀਕ ਹੈ ਨਾ, ਬੜੀ ਪੋਜ਼ਿਟਿਵ ਇੰਟੈਂਸ਼ਨ ਉਹ ਕਹਿ ਰਹੇ ਹੋ, ਚਾਹੁੰਦੇ ਆ ਕਿ ਜੋ ਸਟਰਗਲ ਉਹ ਲਾਈਫ 'ਚ ਕੀਤਾ ਇੰਨਾ ਜ਼ਿਆਦਾ ਤੁਹਾਨੂੰ ਨਾ ਕਰਨਾ ਪਏ। ਠੀਕ ਹੈ, ਤਾਂ ਪਲੀਜ਼ ਉਸ ਚੀਜ਼ ਨੂੰ ਪੋਜ਼ਿਟਿਵ ਲੈਣਾ। ਨੋ ਡਾਊਟ ਇਟ ਵਿਲ ਬੀ ਸਟ੍ਰੈਸਰ, ਐਕਸਪੈਕਟੇਸ਼ਨਸ ਦਾ ਭਾਰ ਆ ਜਾਂਦਾ, ਬਟ ਆਪਾਂ ਕੀ ਗੱਲ ਕਰਨੀ ਇਸ ਨੂੰ ਕੈਲਕੂਲੇਟਿਵ ਸਟ੍ਰੈਸ ਦੇ ਉੱਪਰ ਫੋਕਸ ਕਰਨਾ। ਦੈਨ ਪੀਅਰ ਪ੍ਰੈਸ਼ਰ, ਨੋ ਡਾਊਟ ਇਕੱਲੇ ਪੇਰੈਂਟਸ ਹੀ ਨਹੀਂ ਹੁੰਦੇ, ਆਪਣੇ ਜੋ ਕਲਾਸਮੇਟਸ ਹੁੰਦੇ, ਆਪਣੇ ਦੋਸਤ ਹੁੰਦੇ ਆ, ਉਹਨਾਂ ਦਾ ਵੀ ਪ੍ਰੈਸ਼ਰ ਹੋ ਜਾਂਦਾ। ਯਾਰ ਉਹਨੇ ਤਾਂ ਕਰ ਹੀ ਲੈਣਾ, ਯਾਰ ਉਹ ਤਾਂ ਕਰ ਰਿਹਾ, ਉਹਨੂੰ ਤਾਂ ਇੱਥੇ ਜੌਬ ਮਿਲ ਜਾਣੀ ਹੈ, ਉਹਨੂੰ ਤਾਂ ਇਸ ਕਾਲਜ 'ਚ ਐਡਮਿਸ਼ਨ ਮਿਲ ਜਾਣੀ ਹੈ। ਉਸ ਚੀਜ਼ ਦਾ ਪ੍ਰੈਸ਼ਰ ਲੈ ਲੈਣਾ ਨਹੀਂ ਲੈਣਾ। ਤੁਹਾਡਾ ਕੰਪੈਰੀਜ਼ਨ ਕਿਹਦੇ ਨਾਲ ਹੋਣਾ ਚਾਹੀਦਾ, ਸਿਰਫ ਤੁਹਾਡੇ ਨਾਲ। ਯਾਦ ਰੱਖਿਓ ਅਲਟੀਮੇਟਲੀ ਆਪਾਂ ਗਰੋ ਕਰੋਗੇ। ਤੁਸੀਂ ਸਾਰੇ ਪੜ੍ਹਦੇ ਹੋ, ਆਪਣੇ ਟੀਚਰਸ ਤੋਂ ਕਦੀ ਉਹਨਾਂ ਦਾ ਕਦੀ ਟਾਈਮ ਮਿਲੇ ਤਾਂ ਉਹਨਾਂ ਦਾ ਪਰਸਨਲ ਐਕਸਪੀਰੀਅੰਸ ਪੁੱਛਿਓ। ਬਹੁਤ ਸਾਰੇ ਟੀਚਰਸ ਐਸੇ ਹੋਣਗੇ ਜਿਨ੍ਹਾਂ ਨੇ ਆਪਣਾ ਸਟਰਗਲ ਦੱਸਣਾ ਹੈ, ਦੱਸਣਗੇ ਕਿ ਉਹਨਾਂ ਨੇ ਕਿਵੇਂ ਇਵੈਂਚੁਅਲੀ ਗਰੋ ਕੀਤਾ। ਠੀਕ ਹੈ, ਉਹਨਾਂ ਨੇ ਵੀ ਆਦੀ ਮਨਪਸੰਦ ਦੀ ਹੋ ਸਕਦਾ ਕਾਲਜ ਸੀਟ ਨਾ ਮਿਲੇ ਹੋ। ਫਿਊਚਰ ਤੁਸੀਂ ਦੇਖਣਾ, ਹੋ ਸਕਦਾ ਤੁਹਾਡੇ ਕਿਸੇ ਫਰੈਂਡ ਨੂੰ ਬਹੁਤ ਜ਼ਿਆਦਾ ਅੱਛੇ ਕਾਲਜ ਸੀਟਸ ਮਿਲੀਆਂ ਹੋਣ, ਪਲੇਸਮੈਂਟ ਵੀ ਹੋ ਗਈ, ਬਟ ਹੋ ਸਕਦਾ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਉਹ ਜ਼ਿਆਦਾ ਸਕਸੈਸਫੁਲ ਉਹਨਾਂ ਨਾਲੋਂ। ਸੋ ਯੂ ਨੈਵਰ ਨੋ। ਤਾਂ ਇਸ ਚੀਜ਼ ਦਾ ਪ੍ਰੈਸ਼ਰ ਲੈ ਕੇ ਆਪਣੀ ਬਾਡੀ ਦੇ ਉੱਪਰ ਇਫੈਕਟ ਨਹੀਂ ਪਾਉਣਾ, ਆਪਣੀ ਗਰੋਥ ਨੂੰ ਨਹੀਂ ਰੋਕਣਾ। ਠੀਕ ਹੈ, ਡੀਲ ਕਿਵੇਂ ਕਰਨਾ ਐਗਜ਼ਾਮ ਸਟ੍ਰੈਸ ਨਾਲ, ਆਪਾਂ ਇਸ ਬਾਰੇ ਬਾਅਦ ਚ ਫਰਦਰ ਲਾਸਟ ਤੇ ਗੱਲ ਕਰਾਂਗੇ। ਉਹਦੇ ਬਾਅਦ ਗੱਲ ਕਰਦੇ ਹਾਂ ਕਿ ਬੈਟਰ ਸੇ ਟੈਕਨੀਕ ਕਿਵੇਂ ਹੋ ਸਕਦੀ ਹੈ, ਕੀ ਕਰਾਂ ਮੈਂ। ਠੀਕ ਹੈ ਸਰ, ਮੈਨੂੰ ਐਗਜ਼ਾਮਸ ਆ ਗਏ ਹੈ, ਠੀਕ ਹੈ, ਹੁਣ ਆਨਲਾਈਨ ਹੈ, ਨੋ ਡਾਊਟ ਸਿਚੁਏਸ਼ਨ ਚੇਂਜ ਹੋ ਗਈ ਹੈ, ਆਪਣਾ ਪੈਟਰਨ ਚੇਂਜ ਹੋ ਗਿਆ ਐਗਜ਼ਾਮ ਨੂੰ ਕਰਨ ਦਾ ਤਰੀਕਾ। ਬਟ ਤੁਹਾਡੇ 'ਚੋਂ ਬਹੁਤ ਸਾਰੇ ਬੱਚੇ ਐਸੇ ਹੋਣਗੇ ਜਿਹੜੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ, ਜਾਂ ਹੋਰ ਕਿਸੇ ਐਗਜ਼ਾਮ ਵੱਲ ਸੋਚ ਰਹੇ ਕਿ ਉਸਨੂੰ ਤਿਆਰੀ ਦੇਣੀ। ਤਾਂ ਅਲਟੀਮੇਟਲੀ PPT ਉਹਨਾਂ ਲਈ ਵੀ ਹੈਲਪਫੁਲ। ਤਾਂ ਸਭ ਤੋਂ ਪਹਿਲੀ ਗੱਲ ਜਿਹੜੀ ਆਪਾਂ ਗੱਲ ਕਰਨੀ ਡੈਟ ਇਜ਼ ਇੱਕ ਸ਼ਡਿਊਲ ਬਣਾਉਣਾ ਬਹੁਤ ਜ਼ਰੂਰੀ ਹੈ। ਦੂਸਰੀ ਗੱਲ, ਹੁਣ ਪਿਕਚਰ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ, ਇੱਕ ਪਾਸੇ ਇੱਕ ਟੇਬਲ ਤੇ ਇੱਕ ਸਟੂਡੈਂਟ ਜਿਹੜਾ ਪੜ੍ਹ ਰਿਹਾ, ਦੂਸਰੇ ਪਾਸੇ ਬੈਠ। ਜਿਹੜੀ ਮੇਜਰ ਗਲਤੀ ਮੈਂ ਕੀਤੀ ਆਪਣੀ ਲਾਈਫ ਦੇ ਵਿੱਚ, ਠੀਕ ਹੈ, ਬਹੁਤ ਸਾਰੇ ਲੋਕਾਂ ਨੇ ਕੀਤੀ ਹੋਣੀ ਤੇ ਤੁਸੀਂ ਵੀ ਕਰ ਰਹੇ ਹੋ। ਬੈੱਡ ਸੌਣ ਲਈ ਹੁੰਦਾ, ਟੇਬਲ ਕੰਮ ਕਰਨ ਲਈ ਹੁੰਦਾ। ਬਟ ਆਪਾਂ ਕੰਮ ਕੀ ਕਰਦੇ ਹਾਂ, ਪੁੱਠਾ ਕਰਦੇ ਹਾਂ, ਟੇਬਲ ਤੇ ਚੀਜ਼ਾਂ ਰੱਖ ਦਿੰਦੇ ਹਾਂ ਤੇ ਬੈੱਡ ਤੇ ਬੈਠ ਕੇ ਪੜ੍ਹਦੇ ਹਾਂ, ਜੋ ਕਿ ਬਿਲਕੁਲ ਗਲਤ ਹੈ। ਐਕਚੁਅਲ ਦੇ ਵਿੱਚ ਹਰ ਇੱਕ ਚੀਜ਼ ਦੀ ਆਪਣੀ ਇੱਕ ਵਾਈਬ੍ਰੇਸ਼ਨਸ ਹੁੰਦੀਆਂ ਨੇ। ਤੁਸੀਂ ਬੈੱਡ ਤੇ ਜਦੋਂ ਬੈਠੋਗੇ ਉਹਨੇ ਅਲਟੀਮੇਟਲੀ ਤੁਹਾਨੂੰ ਆਦੇ ਆਪ ਤੱਕ ਖਿੱਚਣਾ, ਤੁਹਾਨੂੰ ਨੀਂਦ ਹੀ ਆਣੀ, ਤੁਹਾਨੂੰ ਸੁਸਤੀ ਹੀ ਚੜ੍ਹਨੀ।
ਤਾਂ ਕੋਸ਼ਿਸ਼ ਕਰਨੀ ਹੈ ਜਦੋਂ ਵੀ ਤੁਸੀਂ ਪੜ੍ਹਨਾ ਹੈ, ਕੋਈ ਵੀ ਕੰਮ ਕਰਨਾ, ਅਲਟੀਮੇਟਲੀ ਤੁਸੀਂ ਟੇਬਲ ਜਾਂ ਚੇਅਰ ਤੇ ਬੈਠੋ ਇੰਸਟੈਡ ਆਫ ਸਿਟਿੰਗ ਔਨ ਅ ਬੈਡ ਔਰ ਲਾਈਂਗ ਔਨ ਅ ਬੈਡ। ਲੇਟ ਕੇ ਕੰਮ ਨਹੀਂ ਕਰਨਾ। ਸਭ ਤੋਂ ਕਾਮਨ ਚੀਜ਼ ਜੋ ਫਾਈਂਡ ਕਰਦਾ, ਜੋ ਆਪਾਂ ਅਕਸਰ ਦੇਖਿਆ ਹੋਣਾ ਕਿ ਜਿਹੜੇ ਟੇਬਲ ਤੇ ਬੈਠੇ, ਹੁਣ ਬਹੁਤ ਸਾਰੇ ਜਣੇ ਬੈਠੇ ਵੀ ਹੁੰਦੇ, ਠੀਕ ਹੈ, ਮੇਰਾ ਵਰਕਿੰਗ ਟੇਬਲ ਹੋਏਗਾ ਕਿ ਮੈਂ ਕੰਮ ਕਰ ਰਿਹਾ, ਉੱਥੇ ਬੁੱਕਸ ਵੀ ਪਈਆਂ ਹੋਣਗੀਆਂ, ਲੈਂਪ ਵੀ ਪਿਆ, ਫਜ਼ੂਲ ਦੀ ਚੀਜ਼ਾਂ ਬਹੁਤ ਸਾਰੀਆਂ ਪਈਆਂ ਹੋਣ, ਠੀਕ ਹੈ। ਜੋ ਵਰਕਿੰਗ ਉਹਨਾਂ ਲਈ ਨਹੀਂ ਕਹਿ ਰਿਹਾ, ਬਟ ਜੋ ਸਟੂਡੈਂਟਸ ਨੇ ਬੈਠੇ ਨੇ ਕਿ ਜਿਹੜੀ ਬੁੱਕ ਨਹੀਂ ਚਾਹੀਦੀ, ਅਲਟੀਮੇਟਲੀ ਮੈਂ ਪੜ੍ਹਨਾ ਤਾਂ ਇੱਕੋ ਸਬਜੈਕਟ ਹੈ, ਬੁੱਕਸ ਮੇਰੇ 6 ਦੇ 6 ਪਈਆਂ ਨੇ, ਠੀਕ ਹੈ। ਮਦਰ ਨੇ ਸਵੇਰੇ ਕਾਫੀ ਜਾਂ ਚਾਹ ਦਿੱਤੀ ਸੀ, ਉਹ ਕੱਪ ਵੀ ਹਾਲੇ ਤੱਕ ਉੱਥੇ ਪਿਆ, ਠੀਕ ਹੈ। ਲੈਂਪ ਚੱਲਦਾ ਨਹੀਂ ਬਟ ਵੈਸੇ ਹੀ ਪਿਆ, ਕਦੀ ਉਹ ਨਹੀਂ ਕੀਤਾ, ਬੋਟਲ ਪਈ ਹੈ ਜੀ। ਤਾਂ ਇਹ ਅਨਨੈਸੈਸਰੀ ਚੀਜ਼ਾਂ ਤੁਹਾਡੇ ਟੇਬਲ ਤੇ ਕਦੀ ਵੀ ਨਹੀਂ ਹੋਣੀ ਚਾਹੀਦੀਆਂ। ਇਹ ਐਕਸਪੈਰੀਮੈਂਟ ਅੱਜ ਹੀ ਕਰਕੇ ਦੇਖ ਲਿਓ। ਤੁਹਾਡਾ ਟੇਬਲ ਜਦੋਂ ਬਿਲਕੁਲ ਸਾਫ਼ ਹੋਏਗਾ, ਨੋ ਡਿਸਟਰੈਕਸ਼ਨਸ ਨਹੀਂ ਹੋਣਗੀਆਂ, ਅਲਟੀਮੇਟਲੀ ਤੁਹਾਡੀ ਕੰਸੈਂਟਰੇਸ਼ਨ ਬਹੁਤ ਵਧੇਗੀ। ਦੂਸਰੀ ਗੱਲ, ਆਪਣਾ ਮਾਈਂਡ ਇੰਨਾ ਕੁ ਟੈਂਸ ਹੁੰਦਾ ਹੈ ਕਿ ਆਪਾਂ ਨੂੰ ਸਬਜੈਕਟਸ ਹੈ, ਸਰ 5 ਸਬਜੈਕਟ ਹੈ ਜੀ, ਮੈਨੂੰ ਇੰਨਾ ਤਾਂ ਆਉਂਦਾ ਹੈ, ਮੈਂ ਕਰਦਾ ਘੰਟਾ ਉਹ ਪੜ੍ਹ ਲੈਣਾ, ਘੰਟਾ ਉਹ ਪੜ੍ਹ ਲੈਣਾ। ਨਹੀਂ, ਇੱਦਾਂ ਨਹੀਂ ਹੋਣਾ ਚਾਹੀਦਾ ਕਿ ਇੱਕ ਸਬਜੈਕਟ ਪੜ੍ਹਿਆ ਸ਼ੁਰੂ ਕੀਤਾ ਤਾਂ ਇੱਕ ਟਾਈਮ ਤੇ ਇੱਕੋ ਹੀ ਸਬਜੈਕਟ ਪੜ੍ਹੋ। ਇਟ ਵਿਲ ਬੀ ਮੋਰ ਇਫੈਕਟਿਵ। ਨੋ ਡਾਊਟ ਹਰ ਇੱਕ ਪਰਸਨ ਦੀ ਆਪਣੀ ਕੈਪੇਬਿਲਿਟੀ ਹੁੰਦੀ, ਤੁਸੀਂ ਪੜ੍ਹ ਸਕਦੇ, ਤੁਸੀਂ ਪੜ੍ਹੋ, ਮੈਂ ਰੋਕ ਨਹੀਂ ਰਿਹਾ, ਬਟ ਇੱਕ ਟਾਈਮ ਤੇ ਤੁਸੀਂ ਇੱਕੋ ਸਬਜੈਕਟ ਲਓ ਤਾਂ ਕਿ ਤੁਹਾਡਾ ਸਾਰੇ ਦਾ ਸਾਰਾ ਫੋਕਸ, ਸਾਰੀ ਕੰਸੈਂਟਰੇਸ਼ਨ ਉਸੇ ਪਰਟੀਕੂਲਰ ਸਬਜੈਕਟ ਤੇ। ਐਂਡ ਟੇਕ ਅ ਸ਼ਾਰਟ ਬ੍ਰੇਕ ਆਫਟਰ 45 ਮਿੰਟਸ। ਇਹ ਸਾਇੰਟੀਫਿਕ ਇੱਕ ਫੈਕਟ ਹੈ, ਇਹ ਸਾਇੰਸ ਨੇ ਪ੍ਰੂਵ ਕੀਤਾ ਹੈ ਕਿ 45 ਮਿੰਟਸ ਤੋਂ ਬਾਅਦ ਤਾਂ ਆਪਣੀ ਕੰਸੈਂਟਰੇਸ਼ਨ ਘਟਣੀ ਸ਼ੁਰੂ ਹੋ ਜਾਂਦੀ, ਚੀਜ਼ਾਂ ਦਿਮਾਗ ਦੇ ਉੱਪਰੋਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ। ਮੋਸਟ ਆਫ ਦੀ ਤੁਸੀਂ ਦੇਖਿਆ ਹੋਣਾ, ਨੋਟਿਸ ਕੀਤਾ ਨਾ, ਬਹੁਤ ਸਾਰੇ ਕਾਲਜਿਸ, ਯੂਨੀਵਰਸਿਟੀਜ਼ ਦੇ ਵਿੱਚ ਜਿਹੜਾ ਲੈਕਚਰ ਟਾਈਮ ਹੁੰਦਾ ਉਹ 40 ਮਿੰਟਸ ਹੁੰਦਾ ਜਾਂ 45 ਮਿੰਟਸ ਹੁੰਦਾ। ਕਿਉਂ ਬ੍ਰੇਕ ਹੁੰਦੀ ਦੇ ਵਿੱਚ, ਜਾਂ 5 ਮਿੰਟ ਦੀ ਬ੍ਰੇਕ ਮਿਲਦੀ, ਤੁਹਾਨੂੰ ਗੈਪ ਮਿਲਦਾ, ਉਹ ਜ਼ਰੂਰੀ ਹੈ ਤਾਂ ਕਿ ਤੁਸੀਂ ਅਗਲਾ ਸਬਜੈਕਟ ਜਦੋਂ ਪੜ੍ਹਨਾ ਜਾਂ ਅਗਲੀ ਚੀਜ਼ ਲੈਣੀ ਹੈ ਤਾਂ ਤੁਹਾਡਾ ਮਾਈਂਡ ਦੁਬਾਰਾ ਰੀਫਰੈਸ਼ ਹੋ ਜਾਏ। ਤਾਂ ਹਮੇਸ਼ਾ ਇੱਕ ਬ੍ਰੇਕ ਲਓ 10 to 15 ਮਿੰਟਸ ਹੀ, ਜਦੋਂ ਵੀ ਤੁਸੀਂ ਪੜ੍ਹ ਰਹੇ ਹੋ, ਈਚ 45 ਮਿੰਟਸ। ਉਸ ਵੇਲੇ ਤੁਸੀਂ ਕੁਝ ਵੀ ਕਰ ਸਕਦੇ ਹੋ, ਜਾ ਕੇ ਸੈਰ ਕਰੋ, ਕੋਈ ਚੱਕਰ ਨਹੀਂ, ਗਲੀ 'ਚ ਘੁੰਮ ਆਓ, ਠੀਕ ਹੈ, ਸੌਂਗ ਸੁਣ ਲਓ, ਗਾਣੇ ਸੁਣ ਲਓ, ਕਿਸੇ ਨਾਲ ਇੰਟਰੈਕਟ ਕਰ ਲਓ, ਦੋਸਤ ਨੂੰ ਫੋਨ ਲਗਾ ਲਓ, ਕੁਝ ਵੀ ਕਰ ਸਕਦੇ ਹੋ ਜਿਸ ਤੋਂ ਤੁਹਾਨੂੰ ਖੁਸ਼ੀ ਮਿਲਦੀ ਹੈ। ਅਲਟੀਮੇਟਲੀ ਈਚ ਆਫਟਰ 45 ਮਿੰਟ ਜਦੋਂ ਤੁਸੀਂ ਪੜ੍ਹ ਰਹੇ ਹੋ, ਇਹ ਹਰ ਇੱਕ ਪਰਸਨ ਲਈ ਹੈ। ਚਾਹੇ ਅਗਰ ਮੈਂ ਕੰਮ ਕਰ ਰਿਹਾ ਲਗਾਤਾਰ, ਕੋਈ ਰਿਸਰਚ ਵਰਕ ਕਰ ਰਿਹਾ, ਠੀਕ ਹੈ, ਜਾਂ ਕੋਈ ਕਾਲਜ ਦਾ ਕੰਮ ਕਰ ਰਿਹਾ, ਅਲਟੀਮੇਟਲੀ 45 ਮਿੰਟ ਦੇ ਬਾਅਦ ਇੱਕ ਛੋਟੀ ਜਿਹੀ ਤੁਹਾਨੂੰ ਬ੍ਰੇਕ ਚਾਹੀਦੀ ਹੈ। ਕੰਸੈਂਟਰੇਸ਼ਨ ਐਕਸਰਸਾਈਜ਼ ਕਰਨੇ ਸਿੱਖੋ, ਬੁੱਕਸ ਵਿੱਚ ਫਟਾਫਟ ਰੀਡ ਕਰੋ, ਦੇਖੋ ਤੁਹਾਨੂੰ ਵਰਡਸ ਯਾਦ ਰਹਿੰਦੇ ਕਿ ਨਹੀਂ ਰਹਿੰਦੇ, ਜਦੋਂ ਪੜ੍ਹੋਗੇ ਤਾਂ ਯਾਦ ਰਹੇਗਾ। ਕੰਸੈਂਟਰੇਸ਼ਨ ਐਕਸਰਸਾਈਜ਼ ਕਰੋ। ਪਲੇ ਸਟੋਰ 'ਤੇ ਬਹੁਤ ਸਾਰੀਆਂ ਗੇਮਸ ਪਈਆਂ, ਤੁਸੀਂ ਸਾਰੇ ਫੋਨਸ ਯੂਜ਼ ਕਰਦੇ ਹੋ, ਸਾਰੇ ਜਣੇ ਆਪਣੇ ਫੋਨਸ ਵਿੱਚ ਗੇਮਸ ਖੇਡਦੇ ਹੋ, ਬਟ ਪਲੇ ਸਟੋਰ 'ਤੇ ਸਰਚ ਕਰਿਓ ਕੰਸੈਂਟਰੇਸ਼ਨ ਗੇਮਸ, ਲਿਟਰਲੀ ਪਾਈਓ, ਤੁਹਾਡੀ ਕੰਸੈਂਟਰੇਸ਼ਨ ਇਨਕਰੀਜ਼ ਕਰਨ ਲਈ ਬਹੁਤ ਸਾਰੇ ਬ੍ਰੇਨ ਗੇਮਸ ਨੇ ਜਿਹੜੀਆਂ ਹੈਲਪ ਕਰਦੀਆਂ, ਆਪਣੀ ਕੰਸੈਂਟਰੇਸ਼ਨ ਬੈਟਰ ਹੋ ਜਾਂਦੀ। ਇਟ ਐਕਚੁਅਲੀ ਵਰਕਸ, ਮੇਰਾ ਪਰਸਨਲ ਐਕਸਪੀਰੀਅੰਸ ਹੈ ਜੀ। ਜਦੋਂ ਵੀ ਲਿਖਦੇ ਹੋ, ਪੜ੍ਹ ਰਹੇ ਹੋ, ਜਾਂ ਤਾਂ ਲਿਖ ਲਓ ਜਾਂ ਹਾਈਲਾਈਟ ਕਰ ਲਓ ਇੰਪੋਰਟੈਂਟ ਪੁਆਇੰਟਸ, ਤਾਂ ਕਿ ਤੁਹਾਡਾ ਟਾਈਮ ਸੇਵ ਹੋ ਸਕੇ। ਇਹ ਜਿਹੜੀ ਚੀਜ਼ ਜ਼ਰੂਰੀ ਹੈ ਉਸ ਚੀਜ਼ ਦੇ ਵਿੱਚ, ਉਹਦਾ ਕਰੈਕਸ ਹੈ ਜਿਹੜਾ ਉਸ ਪੈਰਾਗ੍ਰਾਫ ਦਾ, ਉਹ ਹਾਈਲਾਈਟ ਕਰੋਗੇ ਤਾਂ ਜਦੋਂ ਦੁਬਾਰਾ ਰਿਵੀਜ਼ਨ ਕਰੋਗੇ, ਰਿਵੀਜ਼ਨ ਦੇ ਟਾਈਮ ਤੇ ਤੁਹਾਡਾ ਟਾਈਮ ਬਹੁਤ ਸੇਵ ਹੋ ਜਾਏਗਾ। ਫਲੋ ਚਾਰਟਸ ਯੂਜ਼ ਕਰੋ, ਗ੍ਰਾਫਿਕਸ ਯੂਜ਼ ਕਰੋ। ਜਦੋਂ ਆਪਾਂ ਵਿਜ਼ੂਅਲਾਈਜ਼ ਕਰ ਲੈਣੇ ਕਿਸੇ ਚੀਜ਼ ਨੂੰ, ਮਾਈਂਡ ਮੈਪਿੰਗ ਕਰ ਲੈਣੇ ਆ, ਤਾਂ ਆਪਾਂ ਈਜ਼ੀਲੀ ਚੀਜ਼ਾਂ ਨੂੰ ਕਨੈਕਟ ਕਰ ਪਾਉਂਦੇ, ਈਜ਼ੀਲੀ ਆਪਾਂ ਨੂੰ ਚੀਜ਼ਾਂ ਸਮਝ ਆ ਜਾਂਦੀਆਂ, ਬਹੁਤ ਜ਼ਰੂਰੀ। ਆਪਾਂ ਹੁਣੇ ਰਿਵੀਜ਼ਨ ਦੀ ਗੱਲ ਕੀਤੀ ਕਿ ਸਰ ਰਿਵੀਜ਼ਨ ਕਰਨੀ ਚਾਹੀਦੀ ਹੈ, ਬਿਲਕੁਲ ਕਰਨੀ ਚਾਹੀਦੀ ਹੈ। ਕਹਿੰਦੇ ਸਰ ਮੈਂ ਭੁੱਲ ਜਾਂਦਾ, ਬਹੁਤ ਸਾਰੇ ਬੱਚੇ ਕਹਿੰਦੇ ਸਰ ਪੜ੍ਹਦੇ ਤਾਂ ਹਾਂ ਜੀ, ਰਿਵਾਈਜ਼ ਵੀ ਕੀਤਾ ਸੀ, ਮੈਂ ਫਿਰ ਭੁੱਲ ਜਾਂਦਾ। ਬਟ ਉਸ ਦਾ ਕਾਰਨ ਇਹ ਹੈ ਕਿ ਭੁੱਲਦੇ ਕਿਉਂ ਹੈ ਕਿ ਇੱਕ ਰਿਵੀਜ਼ਨ ਸ਼ਡਿਊਲ ਹੈ ਜੋ ਸਾਇੰਟੀਫਿਕਲੀ ਪ੍ਰੂਵ ਹੈ। ਕਹਿੰਦੇ ਜਦੋਂ ਤੁਸੀਂ ਰਿਵੀਜ਼ਨ ਕਰਨੀ, ਦੀਸ ਤੁਹਾਡੀ ਸਕਰੀਨ ਉੱਪਰ ਸ਼ੋ ਹੋ ਰਿਹਾ ਨਾ, ਫਸਟ ਡੇ, ਸੈਕਿੰਡ ਡੇ, 7th ਡੇ, 15th ਡੇ ਐਂਡ 30th ਡੇ। ਤੁਸੀਂ ਜਿਹੜਾ ਟੌਪਿਕ ਰਿਵਾਈਜ਼ ਕਰਨਾ ਪਹਿਲੇ ਦਿਨ, ਫਿਰ 2 ਦਿਨ ਛੱਡ ਕੇ, ਫਿਰ 7 ਦਿਨ, ਫਿਰ 15 ਦਿਨ ਨਾ ਛੱਡਿਓ, ਫਸਟ ਡੇ, ਸੈਕਿੰਡ ਡੇ, ਫਿਰ ਮਹੀਨੇ ਦੇ 7ਵੇਂ ਦਿਨ, ਫਿਰ 15ਵੇਂ ਦਿਨ, ਫਿਰ 30ਵੇਂ ਦਿਨ। ਇਸ ਚੀਜ਼ ਨਾਲ ਅਗਰ ਤੁਸੀਂ ਉਸ ਚੀਜ਼ ਨੂੰ ਰਿਵਾਈਜ਼ ਕਰੋਗੇ, ਜਿਹੜੀ ਚੀਜ਼ ਪੜ੍ਹੀ ਹੈ, ਤੁਹਾਨੂੰ ਉਮਰ ਭਰ ਲਈ ਭੁੱਲਣੀ। ਇਹ ਸਾਇੰਟੀਫਿਕਲੀ ਪ੍ਰੂਵ ਹੋਇਆ, ਸਾਇੰਟੀਫਿਕ ਇੱਕ ਰਿਵੀਜ਼ਨ ਸ਼ਡਿਊਲ ਹੈ, ਬਣਿਆ ਹੋਇਆ ਐਕਚੁਅਲ 'ਚ, ਮੈਂ ਨਹੀਂ ਬਣਾਇਆ। ਸਰਚ ਕਰਿਓ ਇਸ ਚੀਜ਼ ਬਾਰੇ। ਸੈਲਫ ਅਸੈਸਮੈਂਟ ਜੋ ਬਹੁਤ ਜ਼ਰੂਰੀ ਹੈ। ਛੋਟੇ ਹੁੰਦੇ ਆਪਣਾ ਚੱਲ ਜਾਂਦਾ ਸੀ, ਠੀਕ ਹੈ, ਬ੍ਰਦਰ ਨੂੰ ਕਹਿ ਦੇਣਾ, ਵੱਡੇ ਨੂੰ, ਮਦਰ ਨੂੰ ਕਹਿ ਦੇਣਾ, ਡੈਡ ਨੂੰ ਕਹਿ ਦੇਣਾ, ਫਾਦਰ ਨੂੰ ਕਹਿ ਦੇਣਾ, ਜੋ ਵੀ ਚੀਜ਼ਾਂ ਨੂੰ ਕਿ ਸਰ ਮੇਰੇ ਤੋਂ ਸੁਣ ਲਓ, ਪਾਪਾ ਮੇਰੇ ਤੋਂ ਸੁਣ ਲਓ, ਮੰਮਾ ਮੇਰੇ ਤੋਂ ਸੁਣ ਲਓ, ਮੈਂ ਚੀਜ਼ਾਂ ਯਾਦ ਕੀਤੀਆਂ ਨੇ। ਥੋੜੇ ਵੱਡੇ ਹੋਏ, ਸਟੂਡੈਂਟਸ ਨਾਲ ਡਿਸਕਸ ਕਰ ਲੈਂਦੇ ਸੀ, ਆਪਣੇ ਕਲੀਗਸ ਨਾਲ, ਬਟ ਹਰ ਵਕਤ ਆਪਣੇ ਕੋਲ ਹਰ ਇੱਕ ਪਰਸਨ ਅਵੇਲੇਬਲ ਨਹੀਂ ਹੋ ਸਕਦਾ। ਤਾਂ ਆਪਾਂ ਨੂੰ ਕੀ ਕਰਨੀ ਚਾਹੀਦੀ, ਸੈਲਫ ਅਸੈਸਮੈਂਟ। ਮੈਂ ਪੜ੍ਹ ਲਿਆ, ਐਗਜ਼ਾਮ ਨੂੰ ਆਪਣੇ ਆਪ ਨੂੰ ਸੈਲਫ ਅਸੈਸ ਕਰੋ, ਆਪਣੇ ਆਪ ਨੂੰ ਸਕੋਰ ਕਰੋ। ਤੁਸੀਂ ਦੇਖੋਗੇ ਤੁਹਾਡੇ ਵਿੱਚ ਮੋਟੀਵੇਸ਼ਨ ਡੇ ਬਾਏ ਡੇ ਆਣੀ ਸ਼ੁਰੂ ਹੋਈ ਨਹੀਂ। 2 ਦਿਨ ਕਰਕੇ ਦੇਖੋ, ਤੁਹਾਨੂੰ ਤੀਜੇ ਦਿਨ ਆਪਣੇ ਆਪ ਮੋਟੀਵੇਸ਼ਨ ਆਣੀ, ਤੁਸੀਂ ਆਪਣੇ ਆਪ ਕਰਕੇ ਦੇਖੋਗੇ, ਤੁਹਾਨੂੰ ਅਸੈਸਮੈਂਟ ਆ ਜਾਣੀ। ਮਿਥ ਬਣੀਆਂ ਹੋਈਆਂ ਨੇ ਬਹੁਤ ਸਾਰੀਆਂ, ਮੈਂ ਵੀ ਸੁਣੀਆਂ, ਤੁਸੀਂ ਵੀ ਸੁਣੀਆਂ ਹੋਣਗੀਆਂ। ਬਹੁਤ ਸਾਰੇ ਲੋਕ ਐਸਾ ਕਰਦੇ ਆ ਕਿ ਜਦੋਂ ਕੰਮ ਕਰ ਰਹੇ ਹੁੰਦੇ ਆ, ਪੜ੍ਹ ਰਹੇ ਹੁੰਦੇ ਆ, ਸਮੋਕ ਕਰਦੇ ਆ,
कॉफ़ी पींदे आ, कंसनट्रेशन, दीज ऑल आर द मिथ, ये एक्चुअल च वर्क नहीं करदियां। अगर तुहानूं ये लगदा कि मेरी कंसनट्रेशन वधदी है, मैं अगर स्मोक करके काम करूंगा या ड्रिंक करके, तो गलत है, साइंटिफिकली प्रूव नहीं ने, नहीं हैगा। कैफीन लैनी ठीक है, कैफीन अल्टीमेटली हेल्प करती, बट तुहाडी बॉडी ਲਈ कैफीन ज़्यादा अच्छी नहीं है, ये मिथ है। अगर तुसीं काम करना है, तुहाडी पूरी नीयत उत्थे हुंदी है, तो तुहानूं नींद नहीं आएगी, याद रखियो बिल्कुल। राइट स्लीप, नींद लैनी बहुत ज़रूरी है, मैं तुहानूं अज कह रहा। लोग कह दिंदे नहीं जी नींद तोड़नी पैंदी है, बट नहीं। अगर आप माइंड की अगर आप गल कर रहे हैं, आप स्ट्रैस की गल कर रहे हैं, अगर तुसी नींद प्रॉपर ਲਈ है, ना ही घट ना ही ज़्यादा, एडिक्वेट स्लीप, राइट स्लीप शुड बी देयर। ਤੁਹਾਡੀ ਏਜ ਦੇ ਅਕੋਰਡਿੰਗ ਤੁਹਾਡਾ ਸਲੀਪਿੰਗ ਪੈਟਰਨ ਹੋਣਾ ਚਾਹੀਦਾ ਹੈ, ਤੁਹਾਡੇ ਸਲੀਪਿੰਗ ਸਾਈਕਲ ਹੋਣੇ ਚਾਹੀਦੇ, ਠੀਕ ਹੈ ਜੀ। ਤਾਂ ਪਲੀਜ਼ ਉਸ ਚੀਜ਼ ਦਾ ਧਿਆਨ ਰੱਖਣਾ, ਆਪਣੀ ਜਿਹੜੀ ਸਲੀਪ ਉਹ ਸਫੀਸ਼ੀਐਂਟ ਤੁਸੀਂ ਲੈਣੀ ਹੈ। ਐਂਡ ਡੋਂਟ ਟਾਕ ਅਬਾਊਟ ਦ ਐਗਜ਼ਾਮਸ ਵਿਦ ਯਰ ਫਰੈਂਡਸ, ਇਹ ਕਾਮਨ ਹੈ, ਆਪਾਂ ਹਰ ਇੱਕ ਨੇ ਕੀਤੇ ਨੇ, ਹੁਣ ਵੀ ਕਰਦੇ ਨੇ। ਤੁਸੀਂ ਐਗਜ਼ਾਮ ਦੇਣ ਆਉਂਦੇ ਹੋ, ਠੀਕ ਹੈ, ਐਗਜ਼ਾਮ ਦਿੱਤਾ, ਬਾਹਰ ਨਿਕਲਦੇ ਹਾਂ ਭਾਈ ਇਹਦਾ ਆਨਸਰ ਦੱਸੀ, ਯਾਰ ਇਹਦਾ ਕਿਵੇਂ ਸੀ, ਉਹ ਕਿਵੇਂ ਸੀ। ਇਹ ਚੀਜ਼ ਬਿਲਕੁਲ ਨਹੀਂ ਕਰਨੀ। ਤੁਸੀਂ ਐਗਜ਼ਾਮ 'ਚ ਗਏ, ਤੁਸੀਂ ਕੌਨਫੀਡੈਂਟ ਹੋ ਕੇ ਗਏ, ਤੁਸੀਂ ਐਗਜ਼ਾਮ ਲਿਖਤਾ, ਤੁਹਾਡਾ ਕੰਮ ਖਤਮ, ਤੁਸੀਂ ਆਪਣੀ ਮਿਹਨਤ ਉੱਥੇ ਦਿਖਾਤੀ। ਹੁਣ ਡਿਸਕਸ ਕਰਨ ਨਾਲ ਐਗਜ਼ਾਮ ਬਦਲ ਨਹੀਂ ਜਾਣਾ। ਹਾਲਾਂਕਿ ਅਗਰ ਕੋਈ ਚੀਜ਼ ਗਲਤ ਨਿਕਲ ਗਈ, ਤੁਹਾਨੂੰ ਉਸ ਚੀਜ਼ ਦਾ ਸਟ੍ਰੈਸ ਹੋ ਜਾਣਾ। ਹਾਲਾਂਕਿ ਨੈਵਰ ਨੂੰ ਤੁਹਾਨੂੰ ਫਿਊਚਰ ਦਾ ਪਤਾ ਹੀ ਨਹੀਂ, ਹੋ ਸਕਦਾ ਉਸ ਸਾਹਮਣੇ ਵਾਲੇ ਪਰਸਨ ਦਾ ਆਨਸਰ ਗਲਤ ਹੋਵੇ। ਤੁਸੀਂ ਬਿਲੀਵ ਇਹ ਕਰ ਲੈਣਾ, ਤੁਸੀਂ ਆਪਣੇ ਆਪ ਤੇ ਸੈਲਫ ਕੌਨਫੀਡੈਂਸ ਉਹ ਲੈਕ ਉਹ ਲੂਜ਼ ਕਰ ਦਿਓ। ਇਹ ਚੀਜ਼ ਨਹੀਂ ਕਰਨੀ ਚਾਹੀਦੀ। ਆਪਣੇ ਆਪ ਤੇ ਭਰੋਸਾ ਰੱਖੋ ਕਿ ਮੈਂ ਐਗਜ਼ਾਮ ਕਰ ਰਿਹਾ ਹੈ, ਓਕੇ, ਮੈਂ ਇਸ ਚੀਜ਼ ਦੀ ਡਿਸਕਸ ਨਹੀਂ ਕਰਨੀ। ਹਾਂ, ਫਰਦਰ ਕੋਈ ਜਿਹੜੇ ਨੈਕਸਟ ਐਗਜ਼ਾਮ ਆ ਉਸ ਚੀਜ਼ ਦੀ ਡਿਸਕਸ਼ਨ ਕਰ ਲਓ ਕਿ ਕੋਈ ਮੈਨੂੰ ਪ੍ਰਿਪਰੇਸ਼ਨ ਟੇਬਲ ਦੇ ਦੇ ਜਾਂ ਕੋਈ ਸ਼ਡਿਊਲ ਦੇ ਦੇ, ਕਿਵੇਂ ਤਿਆਰੀ ਕਰ। ਨੋ ਡਾਊਟ ਜਦੋਂ ਪੇਪਰ ਕਰੋਗੇ, ਐਗਜ਼ਾਮ ਕਰਦੇ ਹੋ, ਟਾਈਮ ਤੇ ਜਿਹੜੇ ਕੁਐਸਚਨਸ ਦੇ ਮਾਰਕਸ ਹੁੰਦੇ ਆ ਉਹਨਾਂ ਨੂੰ ਧਿਆਨ 'ਚ ਰੱਖ ਕੇ ਕਰਨਾ। ਆਪਣਾ ਟਾਈਮ ਮੈਨੇਜ ਕਰੋ ਤਾਂ ਕਿ ਉਸੇ ਪਰਟੀਕੂਲਰ ਟਾਈਮ ਦੇ ਵਿੱਚ ਮੈਂ ਆਪਣਾ ਕੁਐਸਚਨ, ਕਿ ਇੱਕ ਕੁਐਸਚਨ ਦਾ ਅਗਰ ਮੈਨੂੰ ਟਾਈਮ ਜ਼ਿਆਦਾ ਲੱਗ ਰਿਹਾ, ਮੈਨੂੰ ਛੱਡ ਦਿਓ, ਮੈਨੂੰ ਨਹੀਂ ਆਉਂਦਾ, ਮੈਂ ਉਸ 'ਤੇ ਵੇਸਟ ਨਹੀਂ ਕਰਦਾ। ਜਿਹੜੇ ਕੁਐਸਚਨ ਮੈਨੂੰ ਆਉਂਦੇ ਆ ਪਹਿਲਾਂ, ਮੈਂ ਉਹਨਾਂ ਕੁਐਸਚਨਸ ਨੂੰ ਸੋਲਵ ਕਰੂੰਗਾ, ਉਹਨਾਂ ਦੇ ਉੱਪਰ ਫੋਕਸ ਕਰੂੰਗਾ, ਉਸ ਤੋਂ ਬਾਅਦ ਮੈਂ ਇਸ 'ਤੇ ਦੇਖੂੰਗਾ, ਤਾਂ ਕਿ ਮੇਰਾ ਟਾਈਮ ਮੇਰਾ ਪ੍ਰੋਪਰ ਮੈਨੇਜ ਹੋ ਸਕੇ। ਠੀਕ ਹੈ ਜੀ, ਐਗਜ਼ਾਮ ਸਰ ਮੇਰਾ ਖਤਮ ਹੋ ਗਿਆ, ਨੈਕਸਟ ਐਗਜ਼ਾਮ ਹੈ। ਤਿਆਰੀ ਕਰਨ ਤੋਂ ਪਹਿਲਾਂ ਇਹ ਨਹੀਂ ਹੈਗਾ ਕਿ ਹੁਣੇ ਪੇਪਰ ਦੇ ਕੇ ਆਏ ਤੇ ਨਾਲ ਦੀ ਨਾਲ ਬੈਠ ਕੇ, ਨਹੀਂ, ਰਿਲੈਕਸ ਕਰੋ, ਟਾਈਮ ਦਵਾ ਦੇ ਆਪ ਨੂੰ। ਜਦੋਂ ਮਾਈਂਡ ਰਿਲੈਕਸ ਹੋ ਗਿਆ ਪ੍ਰੋਪਰ, ਫਿਰ ਨੈਕਸਟ ਐਗਜ਼ਾਮ ਤੇ ਕੀ ਕਰੋ, प्रिपरेशन करो। ਜ਼ਰੂਰਤ ਹੈ, ਟੈਨਸ਼ਨ ਹੈ, ਲੋਡ ਹੈ, ਫਰੈਂਡਸ ਕੋਲ ਜਾਓ, ਫੈਮਿਲੀ ਕੋਲ ਜਾਓ, ਇਸ ਤੋਂ ਬੈਟਰ ਹੋਰ ਕੋਈ ਨਹੀਂ ਹੁੰਦਾ ਡਿਊਰਿੰਗ ਦੀ ਸਟ੍ਰੈਸ। ਅਗਰ ਤੁਹਾਨੂੰ ਕਿਸੇ ਵੀ ਚੀਜ਼ ਦਾ ਸਟ੍ਰੈਸ ਹੋ ਰਿਹਾ ਤਾਂ ਅਲਟੀਮੇਟਲੀ ਆਪਣੀ ਫੈਮਿਲੀ ਨੂੰ ਤੁਸੀਂ ਗੱਲ ਕਰੋ ਉਹਨਾਂ ਨਾਲ, ਠੀਕ ਹੈ। ਨੋ ਡਾਊਟ ਆਪਾਂ ਦੇਖਦੇ ਹਾਂ ਕਿ ਜਨਰੇਸ਼ਨ ਗੈਪ ਤਾਂ ਹੈ ਹੀ ਹੈ, ਬਟ ਆਪਾਂ ਕੀ ਕਰ ਰਹੇ ਹਾਂ, ਆਪਾਂ ਇੱਕ ਕਮਿਊਨੀਕੇਸ਼ਨ ਗੈਪ ਵੀ ਕ੍ਰੀਏਟ ਕਰ ਰਹੇ ਹਾਂ। ਬੱਚੇ ਪੇਰੈਂਟਸ ਨਾਲ ਗੱਲ ਹੀ ਨਹੀਂ ਕਰਦੇ। ਮੈਂ ਬਹੁਤ ਵਾਰ ਜਦੋਂ ਲੈਕਚਰ ਲੈਣਾ ਜਾਂ ਜਦੋਂ ਆਫਲਾਈਨ ਕਲਾਸਿਸ 'ਚ ਅਸੀਂ ਗੱਲ ਕਰਦੇ ਹਾਂ ਕਿ ਕਿੰਨੇ ਕੁ ਜਿਹੜੇ ਬੱਚੇ ਆਪਣੇ ਪੇਰੈਂਟਸ ਨਾਲ ਇੰਟਰੈਕਟ ਕਰਦੇ। ਆਦਤ ਪਾਓ, ਮਿਲੋ। ਫਾਦਰ ਮਾਰਨਿੰਗ ਦੇ ਗਏ ਹੁੰਦੇ ਆ ਜਾਂ ਮਦਰ ਗਏ ਨੇ ਵਰਕਿੰਗ ਹੁੰਦੇ, ਪੇਰੈਂਟਸ ਸ਼ਾਮ ਨੂੰ ਆਉਂਦੇ ਆ, ਤੁਸੀਂ ਘਰ ਹੁੰਦੇ ਹੋ, ਉਹਨਾਂ ਨੂੰ ਪਾਣੀ ਹੀ ਪੁੱਛ ਲੈਣਾ, ਵੈਸੇ ਹੀ ਪੁੱਛ ਲੈਣਾ ਕਿ ਤੁਹਾਡਾ ਦਿਨ ਕੈਸਾ ਗਿਆ। ਤੁਸੀਂ ਨੋਟਿਸ ਕਰੋਗੇ ਇਹਨਾਂ ਦੇ ਚਿਹਰੇ 'ਤੇ ਖੁਸ਼ੀ ਵੱਖਰੀ ਹੁੰਦੀ। ਕਰਕੇ ਦੇਖਿਓ, ਛੋਟੇ ਛੋਟੇ ਐਫਰਟਸ ਸਾਡੀ ਲਾਈਫ ਦੇ ਵਿੱਚ ਇੱਕ ਮੇਜਰ ਚੇਂਜਸ ਲੈ ਕੇ ਆ ਜਾਂਦੇ। ਤੁਹਾਨੂੰ ਸਟ੍ਰੈਸ ਹੈ, ਤੁਸੀਂ ਗੱਲ ਕਰੋ। ਅਗਰ ਤੁਹਾਡਾ ਕਮਿਊਨੀਕੇਸ਼ਨ ਗੈਪ ਹੀ ਹੋ ਗਿਆ ਤਾਂ ਤੁਸੀਂ ਗੱਲ ਕਿਵੇਂ ਕਰੋਗੇ? ਤੁਸੀਂ ਆਪਣੇ ਫਾਦਰ ਜਾਂ ਮਦਰ ਨੂੰ ਕਿਵੇਂ ਦੱਸ ਪਾਓਗੇ ਕਿ ਮੈਨੂੰ ਆ ਚੀਜ਼ ਡੈਡ ਪਰੇਸ਼ਾਨ ਕਰੀ, ਮੰਮਾ ਮੈਨੂੰ ਆ ਚੀਜ਼ ਪਰੇਸ਼ਾਨ ਕਰੀ, ਮੇਰੇ ਤੋਂ ਨਹੀਂ ਹੋ ਪਾ ਰਿਹਾ। ਅਕਸਰ ਆਪਾਂ ਦੇਖਿਆ, ਆਪਾਂ ਫੇਸ ਵੀ ਕੀਤਾ, ਮੈਂ ਉਹ ਚੀਜ਼ ਕਰਨੀ ਨਹੀਂ ਚਾਹ ਰਿਹਾ ਹੁੰਦਾ, ਬਟ ਬਿਕੋਜ਼ ਆਫ ਪ੍ਰੈਸ਼ਰ ਐਂਡ ਮੈਂ ਆਪਣੀ ਲਾਈਫ ਨੂੰ ਪਤਾ ਨਹੀਂ ਕੀ ਕਰ ਲੈਣਾ ਜਾਂ ਕਿੱਥੇ ਲੈ ਜਾਣਾ ਚੀਜ਼। ਠੀਕ ਹੈ, ਟਿਪਸ ਹੈ ਪੇਰੈਂਟਸ ਲਈ, ਨੋ ਡਾਊਟ ਜੋ ਟੀਚਰਸ ਬੈਠੇ ਨੇ ਅੱਜ ਸੁਣ ਰਹੇ ਆ ਉਹਨਾਂ ਲਈ ਵੀ ਚੀਜ਼ਾਂ ਹੈ। ਬੇਸਿਕਲੀ ਆਪਣੇ ਬੱਚੇ ਦੇ ਐਗਜ਼ਾਮ ਸ਼ਡਿਊਲ ਦੇ ਨਾਲ ਪਲੀਜ਼ ਫੈਮੀਲੀਅਰ ਹੋ, ਪ੍ਰੋਪਰ ਮੀਲ ਉਹਨਾਂ ਦਿਓ ਉਹਨਾਂ ਨੂੰ, ਆਪਣਾ ਬਰਡਨ ਉਹਨਾਂ ਦੇ ਉੱਪਰ ਪਲੀਜ਼ ਫੋਕਸ ਨਾ ਕਰੋ। ਜੋ ਤੁਹਾਡੇ ਪਰੇਸ਼ਾਨੀ ਹੈ, ਕੋਸ਼ਿਸ਼ ਕਰੋ ਕਿ ਜੋ ਤੁਹਾਡੇ ਕਾਲਜ ਦੀ ਪਰੇਸ਼ਾਨੀ ਹੈ ਜਾਂ ਆਫਿਸ ਦੀ ਪਰੇਸ਼ਾਨੀਆਂ ਨੇ ਜਾਂ ਕੋਈ ਵੀ ਵਰਕ, ਕੋਈ ਵੀ ਹੋਰ ਪਰੇਸ਼ਾਨੀ ਹੈ, ਉਹ ਬੱਚਿਆਂ ਨਾਲ ਡਿਸਕਸ ਨਾ ਕਰੋ। ਅਲਟੀਮੇਟਲੀ ਉਹਨਾਂ ਨੂੰ ਪ੍ਰੈਸ਼ਰ ਦਿੰਦਾ, ਉਹਨਾਂ ਦੇ ਆਪਣੀ ਲਾਈਫ ਹੈ, ਆਪਣਾ ਪ੍ਰੈਸ਼ਰ ਹੈ, ਉਹਨਾਂ ਨਾਲ ਉਹ ਡਿਸਕਸ ਨਹੀਂ ਕਰਨਾ ਚਾਹੀਦਾ। ਅਵੋਇਡ ਕਰੋ ਵਰਡ ਨੂੰ ਅਗਰ ਹੋ ਸਕਦਾ। ਨੋ ਡਾਊਟ ਚੀਜ਼ਾਂ ਜੋ ਬਾਹਰ ਆ ਗਈਆਂ ਠੀਕ ਹੈ, ਗੱਲ ਕਰਨੀ ਡੈਟ ਹੋ ਕੇ, ਬਟ ਕਿਤੇ ਨਾ ਕਿਤੇ ਉਸ ਚੀਜ਼ ਨੂੰ ਦੂਰ ਰੱਖੋ। ਡਿਜੀਟਲ ਡਿਸਟਰੈਕਸ਼ਨਸ ਤੋਂ ਦੂਰ ਰੱਖੋ। ਸਾਰਾ ਦਿਨ ਫੋਨ ਤੇ ਯੂਜ਼ ਹੁੰਦਾ, ਉਹ ਨਹੀਂ ਹੋਣਾ ਚਾਹੀਦਾ। ਹਾਸੇ ਵਾਲੀ ਗੱਲ ਹੈ, ਇਨਸੈਂਟਿਵਸ ਐਂਡ ਬ੍ਰਾਈਬਸ। ਇਨਸੈਂਟਿਵਸ ਐਂਡ ਬ੍ਰਾਈਬਸ ਐਕਚੁਅਲੀ ਵਰਕਆਊਟ ਕਰਦੇ। ਜਿਨ੍ਹਾਂ ਦੇ ਬੱਚੇ ਛੋਟੇ ਉਹਨਾਂ ਨੂੰ ਬ੍ਰਾਈਬ ਦੇਣਾ, ਇਨਸੈਂਟਿਵਸ ਦੇਣਾ, ਇੱਦਾਂ ਕਰ ਲਓ, ਐਕਚੁਅਲ 'ਚ ਵਰਕ ਕਰਦਾ। ਬੜੇ ਪੋਜ਼ਿਟਿਵ ਵੇ ਨਾਲ ਦੇਖਿਓ। ਠੀਕ ਹੈ ਜੀ, ਲਾਸਟ ਐਟ ਦੀ ਐਂਡ ਜਦੋਂ ਆਪਾਂ ਗੱਲ ਕਰਦੇ ਹਾਂ ਐਗਜ਼ਾਮ ਡੇ ਦੀ, ਧਿਆਨ ਰੱਖਿਓ ਜੀ, ਲਾਈਟ ਬ੍ਰੇਕਫਾਸਟ ਕਰੋ, ਹੈਵੀ ਬ੍ਰੇਕਫਾਸਟ ਨਾ ਕਰੋ ਜਿਸ ਦਿਨ ਐਗਜ਼ਾਮ ਹੁੰਦਾ, ਤਾਂ ਕਿ ਸੁਸਤੀ ਨਾ ਚੜੇ ਤੁਹਾਨੂੰ ਪ੍ਰੋਪਰ। ਠੀਕ ਹੈ, ਪ੍ਰੋਪਰ ਵਰਕਆਊਟ ਕਰੋ। ਹਰ ਇੱਕ ਚੀਜ਼ ਜੋ ਤੁਹਾਨੂੰ ਲੋੜ ਆ ਉਸ ਦਿਨ, ਠੀਕ ਹੈ, ਐਗਜ਼ਾਮ ਤੋਂ ਪਹਿਲਾਂ ਆਪਣਾ ਰੈਡੀ ਰੱਖੋ। ਅਗਰ ਤੁਹਾਨੂੰ ਐਗਜ਼ਾਮ ਵਾਲੇ ਦਿਨ ਬਹੁਤ ਜ਼ਿਆਦਾ ਸਟ੍ਰੈਸ ਹੋ ਰਿਹਾ ਤਾਂ ਕਾਈਂਡਲੀ ਬਰੀਥਿੰਗ ਕਰੋ, ਸਾਹ ਖਿੱਚੋ ਲੰਬੇ ਲੰਬੇ। ਅਲਟੀਮੇਟਲੀ ਇਟ ਵਿਲ ਵਰਕ ਆਊਟ, ਹੈਲਪ ਆਊਟ ਯੂ ਇਨ ਦਿਸ। ਸੋ ਐਟ ਦੀ ਲਾਸਟ ਮੈਂ ਕਨਕਲੂਡ ਕਰਦਾ ਜਾਂ ਮੈਨੂੰ ਖਤਮ ਕਰਦਾ,
ਇੱਕ ਬਹੁਤ ਇੰਟਰਸਟਿੰਗ ਪਿਕਚਰ ਹੈ ਜੋ ਤੁਹਾਨੂੰ ਸਾਰਿਆਂ ਨੂੰ ਸ਼ੋ ਹੋ ਰਹੀ ਹੈ ਇੱਥੇ ਐਕਚੁਅਲ 'ਚ। ਬੜੀ ਸਿੰਪਲ ਜਿਹੀ ਪਿਕਚਰ ਹੈ ਬਟ ਇਹਦਾ ਲੌਜੀਕਲ ਅਪਲਾਈ ਹੈ, ਤੁਸੀਂ ਬਹੁਤ ਸਾਰਿਆਂ ਨੇ ਹੋ ਸਕਦਾ ਦੇਖੀ ਵੀ ਹੋਏ। ਸਿੰਪਲ ਕੁਐਸਚਨ ਉਹਨੇ ਪੁੱਛਿਆ, ਕਹਿੰਦਾ ਸਰ ਡੂ ਯੂ ਹੈਵ ਅ ਪ੍ਰੋਬਲਮ ਇਨ ਯੋਰ ਲਾਈਫ? ਕੀ ਤੁਹਾਨੂੰ ਲਾਈਫ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੈ? ਅਗਰ ਨਹੀਂ ਹੈ, ਗੱਲ ਖਤਮ। ਰਾਈਟ ਸਾਈਡ ਤੇ ਬਣਿਆ ਹੋਇਆ ਨੋ ਆਈ ਡੋਂਟ ਹੈਵ ਐਨੀ ਪ੍ਰੋਬਲਮ, ਗੱਲ ਖਤਮ। ਤਾਂ ਤੁਸੀਂ ਟੈਨਸ਼ਨ ਕਿਉਂ ਲੈ ਰਹੇ ਹੋ? ਦੈਨ ਡੋਂਟ ਵਰੀ। ਬਟ ਸਟਿਲ ਉਹਨੇ ਫਿਰ ਕੁਐਸਚਨ ਪੁੱਛਿਆ, ਡੂ ਯੂ ਹੈਵ ਅ ਪ੍ਰੋਬਲਮ ਇਨ ਯੋਰ ਲਾਈਫ? ਦਾ ਆਂਸਰ ਇਜ਼ ਯੈਸ, ਯੈਸ ਆਈ ਹੈਵ ਅ ਪ੍ਰੋਬਲਮ। ਅਗਲਾ ਕੁਐਸਚਨ ਮੈਨੂੰ ਉਹਨੇ ਇਹ ਪੁੱਛਿਆ, ਕੈਨ ਯੂ ਡੂ ਸਮਥਿੰਗ ਅਬਾਊਟ ਇਟ? ਕੀ ਤੁਹਾਡੇ ਹੱਥ ਦੇ ਵਿੱਚ ਕੁਛ ਨਾ ਕੁਛ ਹੈਗਾ ਉਸ ਚੀਜ਼ ਨੂੰ ਕੰਟਰੋਲ ਕਰਨ ਦਾ? ਹਾਂਜੀ ਹੈ। ਅਗਰ ਹੈ ਤਾਂ ਇਹ ਟੈਨਸ਼ਨ ਕਿਉਂ ਲੈ ਰਹੇ ਹੋ? ਮੈਨੂੰ ਕਿਸੇ ਨੇ ਕਿਹਾ ਟੈਨਸ਼ਨ ਹੈਗੀ, ਮੈਂ ਕਿਹਾ ਜੀ ਹਾਂਜੀ ਮੈਨੂੰ ਟੈਨਸ਼ਨ ਹੈਗੀ ਹੈ। ਤੇਰੇ ਹੱਥ ਪਾਸ ਹੈਗੀ ਚੀਜ਼ਾਂ ਉਹਨੂੰ ਰੋਕ ਸਕਦਾ? ਮੈਂ ਕਹਿੰਦਾ ਹਾਂਜੀ ਮੈਂ ਰੋਕ ਸਕਦਾ, ਮੈਂ ਮਿਹਨਤ ਕਰਾਂ ਚੀਜ਼ ਹੋ ਜੂਗੀ। ਤਾਂ ਫਿਰ ਕਰੋ, ਟੈਨਸ਼ਨ ਕਿਉਂ ਲੈ ਰਹੇ ਹੋ? ਠੀਕ ਹੈ। ਨਹੀਂ ਕਰ ਸਕਦਾ ਫਿਰ ਵੀ ਟੈਨਸ਼ਨ ਕਿਉਂ ਲੈ ਰਹੇ ਹੋ? ਜਿਹੜੀ ਚੀਜ਼ ਤੁਹਾਡੇ ਕੰਟਰੋਲ 'ਚ ਹੀ ਨਹੀਂ ਹੈਗੀ, ਤੁਹਾਡੇ ਹੱਥ ਪਾਸ ਹੀ ਹੈ ਨਹੀਂ, ਉਸ ਚੀਜ਼ ਬਾਰੇ ਸੋਚ ਕੇ ਕਿਉਂ ਆਪਣਾ ਦਿਮਾਗ ਖਰਾਬ ਕਰਨਾ ਜਾਂ ਕਿਉਂ ਟੈਨਸ਼ਨ ਲੈਣਾ? ਤਾਂ ਬੜਾ ਸਿੰਪਲ ਜਿਹਾ ਲੌਜਿਕ ਸੀ। ਸੋ ਐਟ ਦੀ ਐਂਡ ਮੈਂ ਜਿੰਨਾ ਵੀ ਕਹਿਤਾ ਤੁਹਾਨੂੰ ਹਰ ਇੱਕ ਚੀਜ਼ ਨੂੰ ਪਤਾ, ਐਗਜ਼ਾਮ ਸਟ੍ਰੈਸ ਦੀ ਆਪਾਂ ਗੱਲ ਕਰ ਲਈ। ਐਟ ਦੀ ਐਂਡ ਦ ਵਰਡ ਇਜ਼ ਦ ਕੀ ਵਰਡ ਇਜ਼ ਬੈਲੈਂਸ। ਬੈਲੈਂਸ ਪੋਸੀਬਲ। ਤੁਸੀਂ ਕਹੋਗੇ ਸਰ ਬਹੁਤ ਸਾਰੀਆਂ ਗੱਲਾਂ ਕਰ ਲਈਆਂ, ਸਾਰਿਆਂ ਨੇ ਬਹੁਤ ਕੁਝ ਸੁਣ ਲਿਆ, ਆਪਣੀ ਲਾਈਫ ਦੇ ਐਕਸਪੀਰੀਅੰਸਿਸ ਸੁਣਦੇ, ਬਟ ਅਲਟੀਮੇਟਲੀ ਇੱਕੋ ਚੀਜ਼ ਆ ਜਾਂਦੀ, ਬੈਲੈਂਸ। ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਸਟ੍ਰੈਸ ਨੂੰ ਮੈਨੇਜ ਕਰੋ, ਨਹੀਂ। ਸਟ੍ਰੈਸ ਨੂੰ ਮੈਨੇਜ ਕਿਉਂ ਕਰਨਾ? ਯੂ ਹੈਵ ਟੂ ਮੈਨੇਜ ਯਰ ਟਾਈਮ, ਯਰ ਨੇਚਰ, ਯਰ ਕੈਪੇਬਿਲਿਟੀਜ਼। ਆਪਣੇ ਦੇਖੋ, ਆਪਣੀਆਂ ਆਦਤਾਂ ਨੂੰ ਮੈਨੇਜ ਕਰੋ, ਆਪਣੇ ਟਾਈਮ ਨੂੰ ਮੈਨੇਜ ਕਰੋ, ਆਪਣੀ ਥਿੰਕਿੰਗ ਨੂੰ ਮੈਨੇਜ ਕਰੋ। ਅਲਟੀਮੇਟਲੀ ਸਟ੍ਰੈਸ ਆਪਣੇ ਆਪ ਹੀ ਮੈਨੇਜ ਹੋ ਜਾਣਾ। ਤੁਸੀਂ ਕੋਸ਼ਿਸ਼ ਹੀ ਕਿਉਂ ਕਰਦੇ ਹੋ ਆਪਣੀ ਸਿਚੁਏਸ਼ਨ ਉੱਥੇ ਲੈ ਕੇ ਕਿਉਂ ਆਣੀ ਕਿ ਮੈਨੂੰ ਉਸ ਚੀਜ਼ ਦਾ ਸਟ੍ਰੈਸ ਹੋਏ? ਅਗਰ ਮੈਂ ਟਾਈਮਲੀ ਚੀਜ਼ਾਂ ਕਰਨ ਲੱਗ ਜਾ, ਠੀਕ ਹੈ, ਮੈਨੂੰ ਪਤਾ ਕਿ ਮੇਰੇ ਐਗਜ਼ਾਮ ਆ ਜਾਣੇ, ਮੈਨੂੰ ਆ ਨਹੀਂ ਆਉਂਦਾ, ਜਾਂ ਆਹ ਚੀਜ਼ ਮੈਨੂੰ ਕੱਲ ਆ ਜਾਣੀ ਹੈ, ਮੈਨੂੰ ਨਹੀਂ ਆਉਣੀ, ਮੈਂ ਪਹਿਲਾਂ ਹੀ ਕਰਕੇ ਰੱਖਾਂ। ਮੈਂ ਕੱਲ ਰਿਪੋਰਟ ਸਬਮਿਟ ਕਰਨੀ ਹੈ, ਮੈਨੂੰ ਕਾਲਜ ਨੇ ਕੋਈ ਡਿਊਟੀ ਲਗਾਤੀ, ਮੈਨੂੰ ਪਤਾ ਮੈਂ ਉਸ ਚੀਜ਼ ਦੀ ਰਿਪੋਰਟ ਕੱਲ ਦੇਣੀ ਹੈ। ਅਗਰ ਮੈਂ ਟਾਈਮਲੀ ਉਸ ਚੀਜ਼ ਨੂੰ ਕਰ ਲੂੰਗਾ ਤਾਂ ਮੈਂ ਰੈਦਰ ਦੈਨ ਕਿ ਮੈਨੂੰ ਉਸ ਚੀਜ਼ ਦਾ ਸਟ੍ਰੈਸ ਹੋ ਰਿਹਾ ਤੇ ਮੈਂ ਕੀ ਕਰਾਂ ਕਿ ਮੈਂ ਜੇ ਡਰਿੰਕ ਕਰਨ ਲੱਗ ਜਾਵਾਂ, ਮੈਂ ਘੁੰਮਣ ਚੱਲ ਜਾਵਾਂ, ਜਾਂ ਮੈਂ ਉਸ ਚੀਜ਼ ਬਾਰੇ ਸੋਚਾਂ ਨਾ, ਮੈਂ ਉਸ ਨੂੰ ਨੈਗਲੈਕਟ ਕਰਨਾ ਸ਼ੁਰੂ ਕਰਦਾ। ਦੈਟ ਇਜ਼ ਨੋਟ, ਉਹ ਚੀਜ਼ ਨਹੀਂ ਕਰਨੀ। ਨੋ ਡਾਊਟ ਉਹਦੀ ਟੈਕਨੀਕਸ ਬਣੀ ਹੋਈਆਂ, ਮੈਂ ਉਸ ਤੇ ਡਿਸਕਸ ਵੀ ਨਹੀਂ ਕਰ ਰਿਹਾ, ਨਾ ਹੀ ਮੈਂ ਤੁਹਾਨੂੰ ਗੱਲ ਕਰ ਰਿਹਾ ਉਸ ਚੀਜ਼ ਨੂੰ ਬੋਰ ਕਰਨਾ ਕਿ ਤੁਸੀਂ ਮੈਡੀਟੇਸ਼ਨ ਕਰੋ, ਤੁਸੀਂ ਉਹ ਕਰੋ, ਸਾਰੀਆਂ ਚੀਜ਼ਾਂ ਤੁਹਾਨੂੰ ਪਤਾ, ਯੂ ਆਲ ਆਰ ਅਵੇਅਰ ਆਫ ਇਟ। ਬਟ ਮੈਂ ਜੋ ਚੀਜ਼ ਤੁਹਾਨੂੰ ਕਹਿਣੀ ਚਾਹ ਰਿਹਾ, ਮੈਂ ਕਹਿਣੀ ਚਾਹ ਰਿਹਾ ਕਿ ਉਸ ਸਟ੍ਰੈਸ ਦੇ ਸਿਚੁਏਸ਼ਨ ਦੇ ਉੱਪਰ ਆਣ ਹੀ ਨਾ ਦਿਓ। ਤੁਸੀਂ ਮੈਨੇਜ ਜੋ ਕਰਨਾ ਉਹ ਆਪਣੀ ਐਕਟੀਵਿਟੀਜ਼ ਨੂੰ ਕਰਨਾ, ਆਪਣੀ ਲਾਈਫ ਨੂੰ ਕਰਨਾ, ਨਾ ਕਿ ਸਟ੍ਰੈਸ ਨੂੰ। ਸਟ੍ਰੈਸ ਆਟੋਮੈਟਿਕਲੀ ਮੈਨੇਜ ਹੋ ਜਾਣਾ, ਤੁਹਾਨੂੰ ਪਤਾ ਨਹੀਂ ਲੱਗਣਾ ਕਿ ਮੈਨੂੰ ਸਟ੍ਰੈਸ ਹੈ। ਇਨ ਕੇਸ ਯੂ ਹੈਵ ਐਨੀ ਕੁਐਸਚਨਸ ਯੂ ਕੈਨ ਆਸਕ anyone, any questions? ਜੀ ਸਰ, ਆਮ ਓਪਨਿੰਗ ਟੂ ਕੁਐਸਚਨਸ। ਅਗਰ ਕਿਸੇ ਨੂੰ ਕੋਈ ਵੀ ਕੁਐਸਚਨਸ ਆ, ਮੇਰਾ ਲੈਕਚਰ ਇੱਥੇ ਖਤਮ ਹੁੰਦਾ ਅੱਜ ਐਗਜ਼ਾਮ ਸਟ੍ਰੈਸ ਉੱਪਰ। ਹੋਪ ਕੁਛ ਨਾ ਕੁਛ ਵੈਲਿਊਬਲ ਥੋਟ ਜਾਂ ਕੋਈ ਨਾ ਕੋਈ ਵੈਲਿਊਬਲ ਚੀਜ਼ ਮੈਂ ਤੁਹਾਨੂੰ ਦੱਸ ਪਾ ਰਿਹਾ ਅੱਜ। ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਕੋਈ ਵੀ ਡਾਊਟ ਹੈ ਜਾਂ ਕੋਈ ਵੀ ਕੁਐਸਚਨ ਹੈ ਜੋ ਵੀ ਮਾਈਂਡ ਦੇ ਵਿੱਚ ਹੈ, ਪਲੀਜ਼ ਯੂ ਕੈਨ ਆਸਕ। ਸੋ गुड मॉर्निंग सर। गुड मॉर्निंग जी। हाँ जी सर, मेरा क्वेश्चन ये था, आपने वो डेज बताए ना जो आपने कहा साइंटिफिकली प्रूफ है रिवीजन वगैरह के जी लिए। जी 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 हाँ जी सर, वो एक बार आप दोबारा रिपीट करोगे? बिल्कुल बिल्कुल बिल्कुल। that was ਨਾ ਬੇਸਿਕਲੀ ਰਿਵੀਜ਼ਨ ਸ਼ਡਿਊਲ। ਉਹ ਕਹਿੰਦੇ ਕਿ ਜਦੋਂ ਆਪਾਂ ਰਿਵੀਜ਼ਨ ਕਰਦੇ ਹਾਂ ਮੋਸਟਲੀ ਤਾਂ ਫਸਟ ਡੇ ਰਿਵਾਈਜ਼ ਕਰੋ, ਦੈਨ ਸੈਕਿੰਡ ਡੇ, ਵੇਟ ਅ ਸੈਕਿੰਡ, ਸੋ ਹੇਅਰ ਇਜ਼ ਦ ਰਿਵੀਜ਼ਨ ਸ਼ਡਿਊਲ। ਜਦੋਂ ਆਪਾਂ ਗੱਲ ਕਰਦੇ ਫਸਟ ਡੇ, ਸੈਕਿੰਡ ਡੇ, ਫਿਰ ਵਿੱਚੋਂ ਨਹੀਂ ਕਰਨਾ, ਫਿਰ 7th ਡੇ ਉਸ ਚੀਜ਼ ਨੂੰ ਰਿਵਾਈਜ਼ ਕਰੋ ਦੁਬਾਰਾ, ਫਿਰ 50th ਡੇ ਐਂਡ ਫਿਰ ਗੈਪ ਆ ਕੇ 15 ਦਿਨ ਦੇ ਨਾਲ 30th ਡੇ ਉਸ ਚੀਜ਼ ਨੂੰ ਰਿਵਾਈਜ਼ ਕਰੋਗੇ। ਅਲਟੀਮੇਟਲੀ ਇਟ ਵਿਲ ਇਫੈਕਟ ਯੂ, ਇਟ ਵਿਲ ਹੈਲਪ ਯੂ ਇਨ ਮੈਮੋਰਾਈਜ਼ਿੰਗ ਦੀ ਬੈਟਰ। ਕਿਸੇ ਚੀਜ਼ ਨੂੰ ਯਾਦ ਰੱਖਣ ਦੀ ਸ਼ਮਤਾ ਜਿਹੜੀ ਹੈਗੀ ਹੈ ਉਹ ਮਾਈਂਡ ਦੇ ਵਿੱਚੋਂ ਨਿਕਲਦੀ ਨਹੀਂ। ਪਰਟੀਕੂਲਰ ਉਹਨਾਂ ਨੇ ਡੇਜ਼ ਦਿੱਤੇ ਹੋਏ ਕਿ ਅਗਰ ਤੁਸੀਂ ਇੰਨੇ ਗੈਪ ਨਾਲ ਹੀ ਉਸ ਚੀਜ਼ ਨੂੰ ਦੁਬਾਰਾ ਰਿਵਾਈਜ਼ ਕਰੋਗੇ ਤਾਂ ਕੰਪੈਰੀਜ਼ਨ, ਅਗਰ ਮੈਂ ਕੰਪੈਰੀਜ਼ਨ ਕਰਾਂ ਕਿ ਇੱਕ ਚੀਜ਼ ਮੈਂ ਨਾਰਮਲ ਰਿਵਾਈਜ਼ ਕੀਤੀ ਹੈ ਤਾਂ ਮੈਨੂੰ ਕਿਤੇ ਨਾ ਕਿਤੇ ਮਾਈਂਡ ਦੇ ਵਿੱਚੋਂ ਸਕਿਪ ਕਰ। ਬਟ ਅਗਰ ਮੈਂ ਇਸੇ ਸ਼ਡਿਊਲ ਦੇ ਉੱਪਰ ਫੋਕਸ ਕਰਦਾ ਜਾਂ ਰਿਵਾਈਜ਼ ਕਰਦਾ ਤਾਂ ਇਟ ਵਿਲ ਹੈਲਪ ਮੀ ਮੋਰ, ਤਾਂ ਮੈਨੂੰ ਮੈਮੋਰਾਈਜ਼ ਕਰਨ ਦੇ ਵਿੱਚ ਹੈਲਪ ਕਰਦੀ, ਬੈਟਰ ਹੈਲਪ ਕਰਦੀ। ਕੋਈ ਹੋਰ ਡਾਊਟ ਜੀ?
हाँ जी, गुड मॉर्निंग जी सर। जी जी सर। हाँ हाँ जी सर, ਤੁਹਾਡੀ ਪ੍ਰੈਜੈਂਟੇਸ਼ਨ ਐਕਸੀਲੈਂਟ ਹੈ ਜੀ, ਬਹੁਤ ਅੱਛੀ ਪ੍ਰੈਜੈਂਟੇਸ਼ਨ ਤੁਸੀਂ ਬਣਾਈ ਹੋਈ ਹੈ। ਥੈਂਕ ਯੂ ਸਰ। ਔਰ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਜੇ ਪ੍ਰੈਜੈਂਟੇਸ਼ਨ ਤੁਸੀਂ ਟੀਚਰਸ ਐਂਡ ਸਟੂਡੈਂਟਸ ਦੇ ਨਾਲ ਸ਼ੇਅਰ ਕਰ ਸਕੋ ਜੇ ਤੁਹਾਡੇ ਲਈ ਪੋਸੀਬਲ ਹੈ। ਬਿਲਕੁਲ ਸਰ, ਮੈਂ ਲਿੰਕਸ ਭੇਜ ਦੂੰਗਾ ਟੀਚਰਸ ਨੂੰ, ਡਿਫਰੈਂਟ ਲਿੰਕਸ ਮੈਂ WhatsApp ਦੇ ਥਰੂ ਸ਼ੇਅਰ ਕਰ ਦੂੰਗਾ ਇਸ ਨੂੰ, ਤਾਂ ਸਟੂਡੈਂਟਸ ਨਾਲ ਸ਼ੇਅਰ ਕਰ ਸਕਦੇ ਐਕਚੁਅਲ ਕੋਈ ਦਿੱਕਤ ਵਾਲੀ ਗੱਲ ਨਹੀਂ ਸਰ, ਨੋ ਇਸ਼ੂਜ਼। ਥੈਂਕ ਯੂ ਸੋ ਮਚ। ਥੈਂਕ ਯੂ। ਥੈਂਕ ਯੂ एवरीवन। आई एम डन फॉर द टुडे। अगर किसी ਨੂੰ ਹੋਰ ਕਿਸੇ ਤਰੀਕੇ ਦੀ ਕੋਈ ਇਸ਼ੂ ਕੋਈ ਸਵਾਲ ਜੀ ਸਰ। I just want to thank you। मैं ਤੁਹਾਡਾ ਲੈਕਚਰ ਬਹੁਤ बढ़िया ਸੀ ਬੱਚਿਆਂ ਨੂੰ ਪਾਰਟਿਕੂਲਰਲੀ। ਥੈਂਕ ਯੂ ਸੋ ਮਚ ਸਰ। ਬਹੁਤ ਹੀ ਅੱਛਾ ਤੁਸੀਂ ਬੋਲਿਆ, ਬਹੁਤ ਹੀ ਇਨਫੋਰਮੇਟਿਵ ਸੀਗਾ। ਐਂਡ ਬਟ I want to add something। ਸ਼ਾਇਦ ਮੇਰੇ ਤੋਂ ਸਕਿਪ ਹੋ ਗਿਆ ਵਿੱਚ, ਮੇਰਾ ਮਿਸਿੰਗ ਵੀ ਸੀਗਾ ਸ਼ਾਇਦ। ਨਹੀਂ ਸਰ, ਬਿਲਕੁਲ I may be wrong। ਪਰ ਮੈਨੂੰ ਇਹ ਲੱਗਦਾ ਹੈ ਕਿ ਕੁਝ ਫਿਜ਼ੀਕਲ ਐਕਟੀਵਿਟੀ ਜਿਹੜੀ ਹੈ ਬੱਚਿਆਂ ਨੂੰ ਡੇ ਟੂ ਡੇ ਲਾਈਫ ਦੇ ਵਿੱਚ ਆਪਣੇ ਐਡ ਕਰਨੀ ਚਾਹੀਦੀ ਹੈ। ਬਿਲਕੁਲ ਸਰ, ਕਰਨੀ ਚਾਹੀਦੀ ਹੈ ਜੀ। ਜਿੱਦਾਂ ਚਾਹੇ ਸਪੋਰਟਸ ਐਕਟੀਵਿਟੀ ਹੈ, ਚਾਹੇ ਕਮਿੰਗ ਯੋਗਾ ਡੇ ਹੈਗਾ 21 ਜੂਨ ਨੂੰ ਆ ਰਿਹਾ, ਤਾਂ ਯੋਗਾ ਐਂਡ ਸਪੋਰਟਸ ਮਸਟ ਬੀ ਐਡਿਡ। ਬਿਲਕੁਲ। ਜਿਹੜੀ ਬੱਚਿਆਂ ਨੂੰ ਉਹਨਾਂ ਨੂੰ ਸਟ੍ਰੈਸ ਓਵਰਕਮ ਕਰਨ ਚ ਮੈਨੂੰ ਲੱਗਦਾ ਕਿ ਕਾਫੀ ਬੈਨੀਫੀਸ਼ੀਅਲ ਹੋਊਗਾ ਅਗਰ ਬੱਚਾ ਜਿਹੜਾ ਹੈਗਾ ਅਸੀਂ ਹਲਕੀ ਵਾਕ ਵੀ ਕਰਦਾ ਹੈ, ਬਲਕਿ ਸਵੇਰੇ ਮਾਰਨਿੰਗ अर्ਲੀ ਟੂ ਬੈਡ ਐਂਡ अर्ਲੀ ਟੂ ਰਾਈਜ਼ ਜੋ ਅਸੀਂ ਬਚਪਨ ਤੋਂ ਪੜ੍ਹਿਆ। ਜੇ ਅਸੀਂ ਬੱਚਾ ਸਵੇਰੇ ਉੱਠ ਕੇ ਥੋੜਾ ਜਿਹਾ ਉਹ ਚਾਹੇ ਲੰਬੇ ਸਾਂਸ ਹੀ ਲੈਂਦਾ, ਉਤੋਂ ਹੀ ਬਿਗਨਿੰਗ ਹੈ ਉਹ ਕਰਦਾ ਹੈ, ਔਰ ਕੁਝ ਯੋਗਾ ਦੀ ਐਕਟੀਵਿਟੀ ਕਰਦਾ ਜਾਂ ਕੋਈ ਪਾਰਟਿਕੂਲਰ ਸਪੋਰਟਸ ਨੂੰ ਵੀ ਉਹ ਜੁਆਇਨ ਕਰਦਾ ਹੈ, ਤਾਂ ਮੈਨੂੰ ਲੱਗਦਾ ਹੈ ਕਿ ਉਹਨੂੰ ਜ਼ਿਆਦਾ ਇਸ ਚੀਜ਼ ਦੇ ਵਿੱਚ ਸਟ੍ਰੈਸ ਮੈਨੇਜ ਕਰਨ ਵਿੱਚ ਉਹਨੂੰ ਫਾਇਦਾ ਮਿਲੂਗਾ। ਮੈਨੂੰ ਮੇਰੀ ਪਰਸੈਪਸ਼ਨ ਆਈ ਮੇ ਬੀ ਰੋਂਗ। ਨਹੀਂ ਸਰ, ਬਿਲਕੁਲ ਠੀਕ ਹੈ ਸਰ, ਐਕਚੁਅਲ ਚ ਵਰਕਆਊਟ ਕਰਦਾ। ਬਟ ਦਾ ਥਿੰਗ ਇਜ਼ ਐਕਚੁਅਲ ਚ ਨਾ ਆਪਾਂ ਬਹੁਤ ਸਾਰੀ ਚੀਜ਼ਾਂ ਹੋਰ ਬਹੁਤ ਸਾਰੇ ਫੈਕਟਰ ਸੀ। ਮੇਜਰ ਫੈਕਟਰ ਉਹਦੇ ਵਿੱਚ ਜਿਹੜੀ ਆਪਾਂ ਕਾਪਿੰਗ ਟੈਕਨੀਕਸ ਉੱਪਰ ਤਾਂ ਸਰ ਮੈਂ ਗੱਲ ਹੀ ਨਹੀਂ ਕੀਤੀ ਸਰ ਅੱਜ, ਬਟ ਉਹ ਐਕਚੁਅਲ ਚ ਮੇਜਰ ਜਿਹੜੀ ਗੱਲ ਤੁਹਾਡੀ ਸਹੀ ਹੈ, ਬਿਲਕੁਲ ਠੀਕ ਹੈ। ਮੈਂ ਪਰਸਨਲੀ ਵੀ ਦੇਖਾਂ, ਅਗਰ ਮੈਂ ਵਿੱਚੋਂ ਇੱਕ ਟਾਈਮ ਐਸਾ ਸੀ ਕਿ 1 ਸਾਲ ਮੈਂ ਬਿਲਕੁਲ ਖੇਡੇ ਨਹੀਂ। ਆਪਾਂ ਰੀਸੈਂਟਲੀ ਦੇਖਿਆ ਕਿ ਮੈਂ ਕਾਲਜ ਆਇਆ, ਮੈਂ ਬਾਕੀ ਟੀਚਰਸ ਨਾਲ ਖੇਡਿਆ, ਐਕਚੁਅਲ ਚ ਮੇਰਾ ਸਟ੍ਰੈਸ ਉਹ ਰਿਲੀਫ ਹੋਇਆ ਤੇ ਮੇਜਰਲੀ ਹੈਲਪ ਕਰਦਾ ਆਪਾਂ ਨੂੰ, ਬਿਕੋਜ਼ ਆਪਣਾ ਮਾਈਂਡ ਤੇ ਜਾਂਦਾ ਨਹੀਂ। ਨੋ ਡਾਊਟ ਕਹਿੰਦੇ ਨੇ ਸਰ, ਇੱਕ ਸਾਊਂਡ ਮਾਈਂਡ ਇੱਕ ਸਾਊਂਡ ਬੋਡੀ ਦੇ ਵਿੱਚ ਹੁੰਦਾ। ਬਿਲਕੁਲ ਕਿ ਅਗਰ ਮੇਰਾ ਸਰੀਰ ਤੰਦਰੁਸਤ ਹੈ ਨਾ, ਤਾਂ ਮੇਰੀ ਨੋ ਡਾਊਟ ਅਲਟੀਮੇਟਲੀ ਮੈਂ ਚੀਜ਼ ਨੂੰ ਯਾਦ ਰੱਖਣ ਦੇ ਵਿੱਚ, ਠੀਕ ਹੈ, ਉਹ ਸਟ੍ਰੈਸ ਨੂੰ ਰਿਲੀਵ ਕਰਨ ਦੇ ਵਿੱਚ ਅਲਟੀਮੇਟਲੀ ਸਰ ਹੈ ਤਾਂ ਪ੍ਰੈਸ਼ਰ ਹੀ, ਤਾਂ ਉਹ ਐਕਚੁਅਲ ਚ ਰਿਲੀਵ ਹੋਏਗਾ। ਤਾਂ ਨੋ ਡਾਊਟ ਉਹ ਐਕਸਰਸਾਈਜ਼ ਜਾਂ ਫਿਜ਼ੀਕਲ ਐਕਟੀਵਿਟੀ ਉਹ ਤਾਂ ਬਹੁਤ ਜ਼ਰੂਰੀ ਹੈ ਸਰ। ਉਹ ਅੱਜ ਦੇ ਟਾਈਮ 'ਚ ਕੋਵਿਡ ਦੇ ਟਾਈਮ ਦੇ ਵਿੱਚ ਤਾਂ ਖਾਸ ਕਰਕੇ ਜਦੋਂ ਹਰ ਇੱਕ ਪਰਸਨ ਆਪਾਂ ਕਹਿ ਰਹੇ ਹਾਂ ਕਿ ਮੈਂ ਪੋਜ਼ਿਟਿਵ ਵੇਚ ਲੈਣਾ ਉਸ ਚੀਜ਼ ਨੂੰ, ਕਿ ਮੈਂ ਕੋਵਿਡ ਨੂੰ ਨੈਗੇਟਿਵ ਨਹੀਂ ਲੈਣਾ, ਮਾਈਂਡ ਦੇ ਵਿੱਚ ਨਹੀਂ ਲੈਣਾ, ਕਿ ਮੈਂ ਪੋਜ਼ਿਟਿਵ ਲੈਣਾ, ਕਿ ਮੈਂ ਆਪਣੀ ਬੋਡੀ ਦੀ ਇਮਿਊਨਿਟੀ ਵਧਾਵਾਂ, ਐਂਡ ਐਕਸਰਸਾਈਜ਼ ਇਜ਼ ਵਨ ਆਫ ਦੀ ਦਮ। ਬਿਲਕੁਲ ਠੀਕ ਹੈ ਸਰ, ਤੁਸੀਂ ਨੋ ਡਾਊਟ ਹੈ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਥੈਂਕ ਯੂ ਸਰ। Thank you all. Thank you all the teachers for your participation and for your patience hearing, and all the students those who have participated today. So everyone please take care of yourself. Thank you sir. Thank you ji, thank you. Thank you so much sir. Thank you ji, thank you Shubham. Thank you sir. Thank you sir. Thank you ji, thank you. Thank you Pradeep ma'am, thank you Kalia sir.